ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਖੈ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾ ਰਸ ਪੀਓ, ਬਿਨ ਰਸ ਚਾਖੇ ਬੁੱਢ ਗਈ ਸਗਲੀ। ਸੁਖੀ ਨਾ ਹੋਵਤ ਜੀਓ, ਮਾਨ ਮਹਤ ਨਾ ਸਕਤ ਹੀ ਕਾਈ। ਸਾਦਾ ਦਾਸੀ ਥੀਓ, ਨਾਨਕ ਸੇ ਦਰ ਸੁਹਬਾਵੰਤੇ। ਜੋ ਪ੍ਰਭ ਆਪਣੇ ਕੀਓ, ਬੇਸੁਮਾਰ ਅਥਾਹ ਅਗਨਤ ਤੋਲੈ। ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਨਾਮਾ ਮਾਇਆ ਮੋਹਿਆ, ਕਹਿ ਤਿਲੋਚਨ ਮੀਤ। ਕਾਹੇ ਸ਼ੀਪ ਹੋਸ਼ਾਏ ਲੈ, ਰਾਮ ਨ ਲਾਵਹੁ ਚੀਤ। ਨਾਮਾ ਕਹਿ ਤਿਲੋਚਨਾ, ਮੁਖ ਤੇ ਰਾਮ ਸੰਭਾਲ। ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਮਹੱਲਾ ਪੰਜਵਾ। ਕਬੀਰਾ ਹਮਰਾ ਕੋ ਨਹੀਂ, ਹਮ ਕਿਸਹੂ ਕੇ ਨਾਹੀ। ਜਿਨ ਇਹ ਰਚਨ ਰਚਾਇਆ, ਤਿਸ ਹੀ ਮਾਹੇ ਸਮਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ। ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ, ਗੁਣ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਕਰੁਣਾ ਹੈ, ਅਥਾਹ ਮਿਹਰਮਤ ਹੈ, ਬੇਅੰਤ ਬਖਸ਼ਿਸ਼ ਹੈ ਸਤਿਗੁਰੂ ਸਾਹਿਬ ਜੀ ਦੀ, ਜੋ ਸਾਨੂੰ ਸਭ ਨੂੰ ਸਤਿਗੁਰੂ ਸਾਹਿਬ ਜੀ ਨੇ ਨਿਵਾਜਿਸ਼ ਕਰਕੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤਸੰਗਤ ਰੂਪ ਵਿੱਚ ਜੁੜਨ ਦਾ, ਆਪਣੇ ਮਨੁੱਖਾ ਜੀਵਨ ਦੇ ਦੁਰਲੱਭ ਅਵਸਰ ਨੂੰ ਗੁਰੂ ਕੀ ਕਾਰ ਦੇ ਨਾਲ ਸਕਾਰਥ ਕਰਨ ਦਾ, ਆਪਣੇ ਨਾਸ਼ਵਾਨ ਜੀਵਨ ਦੇ ਵਿੱਚੋਂ ਭਗਤੀ ਦੇ ਯਤਨ ਨਾਲ ਆਪਣੀ ਆਤਮਾ ਦੀ ਸਦੀਵਤਾ ਨੂੰ ਪਹਿਚਾਨਣ ਦਾ ਅਵਸਰ ਬਖਸ਼ਿਸ਼ ਕਰਕੇ ਨਿਵਾਜਿਸ਼ ਕੀਤੀ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਸੰਗਤ ਰੂਪ ਦੁਆਰਾ ਗੁਰੂ ਕੀ ਰਹਿਮਤ ਦੇ ਪਾਤਰ ਬਣਨ ਦਾ ਨਿਰਮਲ ਯਤਨ ਕਰ ਰਹੇ ਹੋ ਜੀ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸ਼ਲੋਕਾਂ ਦੀ ਵਿਸਥਾਰਤ ਵਿਚਾਰ ਦੁਆਰਾ ਆਪ ਜੀ ਗਿਆਨ ਦੇ ਗੁਹਜ ਭਾਵਾਂ ਨੂੰ ਸ਼ਰਵਣ ਕਰਕੇ
ਆਪਣੇ ਆਤਮਿਕ ਜੀਵਨ ਦੀ ਉਚਾਈ ਲਈ ਸਾਧਨਾ ਕਰਨ ਦਾ ਯਤਨ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਲੜੀਵਾਰ ਸ਼ਲੋਕਾਂ ਦੇ ਅੰਤਰਗਤ ਇਸ ਤੋਂ ਪਹਿਲੇ ਸ਼ਲੋਕਾਂ ਵਿੱਚ 3 ਸ਼ਲੋਕ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰੇ ਸਨ। ਭਗਤ ਕਬੀਰ ਸਾਹਿਬ ਜੀ ਦੀ ਬਾਬਤ ਸਿਰਪਾਓ ਬਖਸ਼ਿਸ਼ ਕਰਦਿਆਂ ਸ਼ਲੋਕਾਂ ਵਿੱਚ ਜ਼ਿਕਰ ਸੀ ਕਿ ਜਿਵੇਂ ਚਾਵਲ ਦੀ ਪ੍ਰਾਪਤੀ ਦੇ ਲਈ ਮੋਹਲੇ ਦੀ ਮਾਰ ਪਹਿਲਾਂ ਛਿਲਕੇ ਨੂੰ ਸਹਿਣੀ ਪੈਂਦੀ ਹੈ, ਫਿਰ ਚਾਵਲ ਪ੍ਰਾਪਤ ਹੁੰਦਾ ਹੈ, ਇਵੇਂ ਹੀ ਕੁਸੰਗ ਦਾ ਜਿਹੜਾ ਪ੍ਰਭਾਵ ਹੈ ਨਿਮਨ ਪੁਰਖਾਂ ਦੇ ਜੀਵਨ 'ਚ ਤਾਂ ਉਵੇਂ ਹੀ ਪ੍ਰਭਾਵ ਰਹਿੰਦਾ ਹੈ, ਪਰ ਕੁਸੰਗ ਦੇ ਕਰਨ ਵਾਲੇ ਨੂੰ ਉਸ ਤੋਂ ਵਧੇਕ ਕਈ ਵਾਰੀ ਮਾਰ ਪੈਂਦੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਭਗਤ ਕਬੀਰ ਸਾਹਿਬ ਜੀ ਦੇ ਸਰੂਪ ਦੁਆਰਾ ਸਾਨੂੰ ਚੇਤੰਨ ਕੀਤਾ ਸੀ ਕਿ ਜੀਵਨ ਦੇ ਵਿੱਚ ਹਮੇਸ਼ਾ ਉਸ ਸੰਗ ਦੀ ਤਰਫ ਜਾਣਾ ਜਿਸ ਸੰਗ ਨੂੰ ਜਾ ਕੇ ਮਨੁੱਖ ਦਾ ਅੰਤਰੀਵ, ਉਹਦਾ ਬਾਹਰੀ ਜੀਵਨ ਕਿਸੇ ਪ੍ਰਕਾਰ ਕਰਕੇ ਨਾ ਮੈਲਾ ਹੋਵੇ, ਨਾ ਗਿਰਾਵਟ ਵਾਲਾ ਬਣੇ ਅਤੇ ਨਾ ਹੀ ਜੀਵਨ ਦੇ ਕਿਸੇ ਪ੍ਰਕਾਰ ਔਗੁਣਾਂ ਦਾ ਭਾਰ ਵਧੇ। ਕੇਵਲ ਉਹੀ ਸੰਗ ਜਾਣਾ ਚਾਹੀਦਾ। ਬਾਣੀ ਦੇ ਵਾਕ ਹਨ, ਸੱਚੀ ਬੈਸਕ ਤਿਨਾ ਸੰਗ ਜਿਨ ਸੰਗ ਜਪੀਐ ਨਾਉ, ਕਿ ਜਿਨ੍ਹਾਂ ਦੇ ਕੋਲ ਬੈਠ ਕੇ, ਜਿਨ੍ਹਾਂ ਦੀ ਸੰਗਤ ਕਰਕੇ ਕੁਝ ਮਨ ਬੁੱਧ ਸੁਰਤ ਨੂੰ ਉਚਾਈ ਮਿਲਣੀ ਹੈ, ਗੁਰੂ ਸਾਹਿਬ ਜੀ ਕਹਿੰਦੇ ਉਹੀ ਸੰਗ ਯੋਗ ਹੈ। ਇਸੇ ਪ੍ਰਕਾਰ ਅਗਲੇ ਸ਼ਲੋਕਾਂ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ, ਇਹ ਦੋਨੋਂ ਗੁਰ ਭਾਈ ਸਨ, ਭਗਤ ਸਾਹਿਬਾਨ। ਤਾਂ ਭਗਤ ਨਾਮਦੇਵ ਜੀ ਆਪਣੀ ਅਧਿਆਤਮਿਕ ਸਾਧਨਾ ਕਰਕੇ, ਆਪਣੇ ਗਿਆਨਮਈ ਜੀਵਨ ਕਰਕੇ, ਆਪਣੇ ਜੀਵਨ ਦੇ ਵਿੱਚ ਸਗਲ ਧਾਰਮਿਕ ਕਮਾਈ ਕਰਕੇ ਬੜੀ ਉੱਚੀ ਅਵਸਥਾ ਵਾਲੇ ਸਨ। ਉਹਨਾਂ ਦੇ ਜੀਵਨ ਦੀ ਉਚਾਈ ਨੂੰ, ਉਹਨਾਂ ਦੀ ਬੰਦਗੀ ਭਰੀ ਰੰਗਤ ਨੂੰ, ਨਾਮ ਰਸੀ ਜੀਵਨ ਨੂੰ ਦੇਖ ਕੇ ਭਗਤ ਤ੍ਰਿਲੋਚਨ ਜੀ ਉਹਨਾਂ ਪਾਸ ਜੀਵਨ ਦੀਆਂ ਅਧਿਆਤਮਿਕ ਉਚਾਈਆਂ ਦਾ ਭੇਦ ਪਾਉਣ ਦੇ ਲਈ ਉਹਨਾਂ ਦੀ ਮੁਬਾਰਕ ਸੰਗਤ ਲਈ ਕਰਨ ਆਉਂਦੇ ਸਨ। ਰੋਜ਼ਾਨਾ ਉਹਨਾਂ ਦੀ ਸੰਗਤ ਕਰਕੇ ਲਾਹਾ ਪ੍ਰਾਪਤ ਕਰਦੇ ਸਨ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਦਾ ਸੰਵਾਦ ਲਿਖਿਆ ਕਿ ਭਗਤ ਤ੍ਰਿਲੋਚਨ ਜੀ ਨੇ ਭਗਤ ਨਾਮਦੇਵ ਜੀ ਨੂੰ ਪੁੱਛਿਆ ਕਿ ਠਾਕੁਰ ਦੇ ਅਕਾਲ ਪੁਰਖ ਦੇ ਦਰਸ਼ਨ ਕਿਸ ਪ੍ਰਕਾਰ ਹੁੰਦੇ ਨੇ, ਉਹ ਮੈਨੂੰ ਢੰਗ ਦੱਸ ਦਿਓ, ਮੈਂ ਉਨੀ ਭੇਟਾ ਅਦਾ ਕਰ ਦਿਆਂਗਾ ਸਭ ਕੁਝ। ਤਾਂ ਭਗਤ ਨਾਮਦੇਵ ਜੀ ਨੇ ਭਗਤ ਤ੍ਰਿਲੋਚਨ ਜੀ ਨੂੰ ਸਮਝਾਉਂਦਿਆਂ ਕਿਹਾ ਸੀ ਕਿ ਠਾਕੁਰ ਦੀ ਭੇਟਾ, ਅਕਾਲ ਪੁਰਖ ਦੇ ਦੀਦਾਰ ਦੀ ਭੇਟਾ ਮਾਇਆ ਦੇ ਇਹਨਾਂ ਦਮੜਿਆਂ ਨਾਲ ਨਾ ਮਿਣੀ ਜਾ ਸਕਦੀ ਹੈ, ਨਾ ਤੁਲੀ ਜਾ ਸਕਦੀ ਹੈ। ਉਹਦੇ ਦਰਸ਼ਨ ਕੇਵਲ ਹਿਰਦੇ ਦੀ ਨਿਰਮਲ ਪ੍ਰੇਮ ਭਰੀ, ਸ਼ਰਧਾ ਭਰੀ ਅਵਸਥਾ ਦੇ ਨਾਲ ਪ੍ਰਾਪਤ ਹੁੰਦੇ ਹਨ, ਭਾਵ ਕਿ ਉਹਦੇ ਦਰਸ਼ਨਾਂ ਦੀ ਭੇਟਾ ਪ੍ਰੇਮ ਹੈ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ, ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਦੇ ਵਿੱਚ ਸੰਵਾਦ ਹੁੰਦਾ ਹੈ, ਪਰ ਇਸ ਸੰਵਾਦ ਦੇ ਵਿੱਚ, ਸੰਵਾਦ ਦਾ ਅਰਥ ਹੈ ਉਚੇਰੇ ਕਿਸਮ ਦੀ ਗੱਲਬਾਤ। ਹੁਣ ਇਸ ਸੰਵਾਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ 2 ਅਨੁਭਵਾਂ ਦਾ ਜ਼ਿਕਰ ਕਰ ਰਹੇ ਹਨ। ਤਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ। ਸਤਿਕਾਰਤ ਭਗਤ ਤ੍ਰਿਲੋਚਨ ਜੀ ਦਾ ਭਗਤ ਨਾਮਦੇਵ ਜੀ ਦੇ ਗ੍ਰਹਿ ਆਉਣਾ ਹੋਇਆ। ਆ ਕੇ ਦੇਖਦੇ ਹਨ ਕਿ ਇਹਨਾਂ ਦੇ ਜੀਵਨ ਬਾਬਤ ਸੁਣਿਆ ਕਿ ਬੜੇ ਬੰਦਗੀ ਵਾਲੇ ਪੁਰਖ ਹਨ। ਗਿਆਨ ਦੀ ਕਰਨੀ ਨੂੰ ਇਹਨਾਂ ਨੇ ਆਪਣੇ ਜੀਵਨ 'ਚ ਧਾਰਨ ਕੀਤਾ ਹੋਇਆ ਹੈ। ਸੁਰਤ ਚਿੱਤ ਇਹਨਾਂ ਦਾ ਸਦਾ ਪ੍ਰਭੂ ਵੱਲ ਲੀਨ ਰਹਿੰਦਾ ਹੈ। ਪਰ ਕੀ ਦੇਖਦੇ ਹਨ ਕਿ ਸੰਸਾਰ ਦੀ ਮਾਇਆ ਵਾਲੀ ਵਰਤਣ ਦੇ ਵਿੱਚ ਭਗਤ ਨਾਮਦੇਵ ਜੀ ਜਿਹੜੇ ਹਨ ਲੱਗੇ ਹੋਏ ਹਨ, ਭਾਵ ਕਿ ਉਹ ਸੰਸਾਰਕ ਧੰਦਿਆਂ ਦੀ ਸੁਰਤ ਦੇ ਵਿੱਚ ਉਹਨਾਂ ਦਾ ਧਿਆਨ ਲੱਗਾ ਹੋਇਆ, ਉਹਨਾਂ ਦਾ ਯਤਨ ਵੀ ਉਸ ਤਰਫ ਹੈ। ਇਸ ਕਰਕੇ ਕਹਿੰਦੇ ਕਾਹੇ ਸ਼ੀਪੋ ਸ਼ਾਇਲੈ ਰਾਮ ਨ ਲਾਵਹੁ ਚੀਤ।
ਸੰਬੋਧਨ ਹੋ ਕੇ ਆਖਦੇ ਨੇ ਸ਼ੀਪੋ ਭਾਵ ਸ਼ੀਂਬਾ ਬਿਰਾਦਰੀ ਦੇ ਵਿੱਚੋਂ ਭਗਤ ਨਾਮਦੇਵ ਜੀ ਪ੍ਰਗਟ ਹੋਏ ਸਨ। ਤਾਂ ਆਖਦੇ ਹਨ ਕੱਪੜਾ ਰੰਗਣ ਆਦਿਕ ਦਾ ਕਾਰਜ ਕਰਦੇ ਸਨ। ਤਾਂ ਭਗਤ ਤ੍ਰਿਲੋਚਨ ਜੀ ਆਖਦੇ ਹਨ ਕਿ ਕਿਹੜੇ ਕਾਰਨਾਂ ਕਰਕੇ ਕੱਪੜੇ ਨੂੰ ਰੰਗ ਦੇ ਸਵਾਰਨ ਦਾ ਯਤਨ ਕਰ ਰਹੇ ਹੋ। ਅਸਲ 'ਚ ਜਿਹੜਾ ਜੀਵਨ ਦਾ ਮਕਸਦ ਹੈ ਰਾਮ ਨਾ ਲਾਵੋ ਚੀਤ, ਕਿ ਅਕਾਲ ਪੁਰਖ ਦੀ ਸਿਮਰਨ ਭਰੀ ਯਾਦ ਦੀ ਤਰਫ ਆਪਣਾ ਚਿੱਤ ਕਿਉਂ ਨਹੀਂ ਲਗਾਉਂਦੇ ਹੋ। ਐਸਾ ਜਿਹੜਾ ਹੈ ਭਗਤ ਤ੍ਰਿਲੋਚਨ ਜੀ ਭਗਤ ਨਾਮਦੇਵ ਜੀ ਦੇ ਜੀਵਨ ਕਿਰਿਆ ਨੂੰ ਦੇਖ ਕੇ ਆਪਣਾ ਅਨੁਭਵ ਪ੍ਰਸ਼ਨ ਰੂਪ ਦੇ ਵਿੱਚ ਉਠਾਲਦੇ ਹਨ, ਕਿਉਂਕਿ ਉਹਨਾਂ ਨੇ ਸ਼ਬਦ ਵਰਤਿਆ ਕਾਹੇ। ਇਸ ਕਰਕੇ ਇਹਦੇ ਵਿੱਚ ਜਗਿਆਸਾ ਵੀ ਹੈ ਅਤੇ ਜਗਿਆਸਾ ਦੇ ਵਿੱਚ ਪ੍ਰਸ਼ਨ ਵੀ ਹੈ, ਅਤੇ ਇਹਦੇ ਵਿੱਚ ਆਪਣੇ ਅਨੁਭਵ ਦਾ ਬਿਆਨ ਵੀ ਹੈ। ਤਿੰਨ ਗੱਲਾਂ ਇਕੱਠੀਆਂ ਨੇ। ਕਿਵੇਂ? ਸਭ ਤੋਂ ਪਹਿਲਾਂ ਜਗਿਆਸਾ ਹੈ ਕਿ ਸਭ ਤੋਂ ਪਹਿਲਾਂ ਅਨੁਭਵ ਹੈ ਉਹਨਾਂ ਦਾ। ਉਹਨਾਂ ਨੂੰ ਦੇਖ ਕੇ ਲੱਗ ਰਿਹਾ ਕਿ ਇਹ ਤਾਂ ਦੁਨੀਆ ਦੇ ਆਪਣੇ ਕੰਮਕਾਰ ਕਰ ਰਹੇ ਨੇ ਘਰ ਦੇ, ਇਹ ਤਾਂ ਜਿਹੜਾ ਦੁਨਿਆਵੀ ਕੰਮ ਕਾਰਜ ਨੇ ਇਹ ਭਗਤਾਂ ਨੂੰ ਕਰਨ ਦੀ ਲੋੜ ਨਹੀਂ। ਇਹ ਉਹਨਾਂ ਦਾ ਆਪਣਾ ਅਨੁਭਵ ਹੈ ਭਗਤ ਤ੍ਰਿਲੋਚਨ ਜੀ ਦਾ। ਪਰ ਨਾਲ ਹੀ ਉਹ ਆਪਣੀ ਜਗਿਆਸਾ ਜ਼ਾਹਰ ਕਰਦੇ ਹਨ। ਕਾਹੇ ਸ਼ੀਪੋਹ ਸ਼ਾਇਲ ਹੈ ਕਿ ਬੰਦਗੀ ਵਾਲਾ ਜੀਵਨ ਵੱਡਾ ਹੁੰਦਾ, ਪਰ ਕਿਸ ਕਰਕੇ ਤੁਸੀਂ ਰਾਮ ਨਾ ਲਾਵੋ ਚੀਤ, ਅੱਲਾਹ ਤਾਲਾ ਅਕਾਲ ਪੁਰਖ ਦੀ ਤਰਫ ਆਪਣਾ ਚਿੱਤ ਕਿਉਂ ਨਹੀਂ ਲਗਾਉਂਦੇ ਹੋ। ਇਹ ਤਿੰਨ ਚੀਜ਼ਾਂ ਇਕੱਠੀਆਂ ਹਨ। ਹੁਣ ਇਸ ਸ਼ਲੋਕ ਨੂੰ ਸ਼ਬਦ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ। ਇਹ ਭਗਤੀ ਮਾਰਗ ਦੇ ਵਿਕਾਸ ਦੇ ਪੜਾਅ ਹਨ। ਪਹਿਲੀ ਦਫਾ ਹੈ ਜਦੋਂ ਆਰੰਭਕ ਕੋਈ ਸਤਸੰਗਤ ਕਰਨੀ, ਅਧਿਆਤਮਿਕ ਸਾਧਨਾ ਕਰਨੀ ਸ਼ੁਰੂ ਕਰਦਾ ਹੈ ਤਾਂ ਉਹਦੇ ਜੀਵਨ ਦੇ ਅਨੁਭਵ ਇੰਨੇ ਵਿਕਸਿਤ ਨਹੀਂ ਹੁੰਦੇ। ਉਹਦੀਆਂ ਬਾਹਰੀ ਕਿਰਿਆਵਾਂ ਉਹਦੇ ਅੰਤਰ ਮਨ ਦੀ ਸਾਧਨਾ 'ਤੇ ਬੜਾ ਪ੍ਰਭਾਵ ਪਾਉਂਦੀਆਂ ਹਨ। ਭਾਵ ਕਿ ਉਹ ਇੰਨਾ ਪ੍ਰਵੀਨ ਨਹੀਂ ਹੁੰਦਾ ਕਿ ਬਾਹਰੀ ਕੰਮਕਾਰ ਨੂੰ ਕਰਦਿਆਂ ਆਪਣੇ ਚਿੱਤ ਨੂੰ, ਆਪਣੇ ਮਨ ਨੂੰ ਬਿਲਕੁਲ ਨਿਰਲੇਪ ਰੱਖ ਕੇ ਪ੍ਰਭੂ ਸਾਧਨਾ ਦੀ ਤਰਫ ਲਗਾ ਸਕੇ। ਇਸ ਕਰਕੇ ਭਗਤ ਭਗਤ ਤ੍ਰਿਲੋਚਨ ਜੀ ਦਾ ਇਹ ਪ੍ਰਸ਼ਨ ਕਰਨਾ ਜਾਂ ਇਸ ਤਰ੍ਹਾਂ ਕਹਿਣ ਦਾ ਭਾਵ ਇਹ ਹੈ ਕਿ ਉਹ ਅਸਲ ਦੇ ਵਿੱਚ ਇਸ ਅਨੁਭਵ ਦੀ ਤਰਜਮਾਨੀ ਕਰ ਰਹੇ ਹਨ ਕਿ ਜਦੋਂ ਸਾਧੂਗਤ ਜੀਵਨ ਵਾਲੇ ਲੋਕ ਅਜੇ ਨਵੇਂ ਮਾਰਗ 'ਤੇ ਚੱਲੇ ਹੁੰਦੇ ਹਨ ਤਾਂ ਉਹਨਾਂ ਨੂੰ ਇਤਨੀ ਕੁ ਸਮਝ ਹੁੰਦੀ ਹੈ ਕਿ ਸੰਸਾਰ ਦੇ ਕਾਰਜ ਅਤੇ ਨਿਰੰਕਾਰ ਦੀ ਤਰਫ ਚੱਲਣਾ, ਇਹਨਾਂ ਵਿੱਚ ਵੱਖਰਤਾ ਹੋਣੀ ਚਾਹੀਦੀ, ਵੱਖਰੇ ਹੋਣੇ ਚਾਹੀਦੇ ਨੇ। ਇਸ ਤਰ੍ਹਾਂ ਦਾ ਅਨੁਭਵ ਸਭ ਨੂੰ ਸਮਝ ਆਉਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਇਸ ਸ਼ਲੋਕ ਦੁਆਰਾ ਬਖਸ਼ਿਸ਼ ਕਰਦੇ ਹਨ। ਮਾਇਆ ਮੋਹਿਆ ਸੰਸਾਰ ਦੇ ਕੰਮ ਕਾਰਨ ਨੂੰ ਲੈ ਕੇ ਆਰੰਭਕ ਜਿਹੜੇ ਜਗਿਆਸੂ ਸਨ ਭਗਤ ਤ੍ਰਿਲੋਚਨ ਜੀ, ਉਹਨਾਂ ਨੂੰ ਸਮਝ ਆਇਆ ਕਿ ਸੰਸਾਰ ਦੇ ਕੰਮਕਾਰ ਕਰ ਰਹੇ ਹਨ, ਜੀਵਨ ਦੇ ਬਾਹਰੀ ਕਾਰਜ ਕਰ ਰਹੇ ਹਨ, ਤਾਂ ਇਸ ਗੱਲ ਤੋਂ ਕਿਵੇਂ ਪਤਾ ਲੱਗ ਸਕੇ ਕਿ ਭਗਤ ਹਨ ਜਾਂ ਇਹਨਾਂ ਦੇ ਜੀਵਨ 'ਚ ਕੀ ਪ੍ਰਮਾਣ ਹੈ। ਹੁਣ ਭਗਤ ਦਾ ਇੱਕ ਰੂਪ ਸਾਨੂੰ ਇਹੀ ਸਮਝ ਆਉਂਦਾ ਹੈ ਕਿ ਉਹ ਚੌਂਕੜੇ ਵਿੱਚ ਹੋਏਗਾ, ਉਹਦੇ ਹੱਥ ਵਿੱਚ ਮਾਲਾ ਹੋਏਗੀ, ਜੇ ਮਾਲਾ ਨਹੀਂ ਤਾਂ ਉਹਦੀ ਜ਼ੁਬਾਨ 'ਤੇ, ਉਹਦੀ ਰਸਨਾ 'ਤੇ ਅਕਾਲ ਪੁਰਖ ਦੀ ਸਿਮਰਨ ਭਰੀ ਜਿਹੜੀ ਰਵਾਨੀ ਚੱਲ ਰਹੀ ਹੋਵੇਗੀ। ਸਾਨੂੰ ਭਗਤ ਦਾ ਸਰੂਪ ਇੰਨਾ ਕੀ ਸਮਝ ਆਉਂਦਾ ਹੈ। ਅਤੇ ਇਹ ਆਰੰਭਕ ਜਗਿਆਸੂਆਂ ਦਾ ਦ੍ਰਿਸ਼ਟੀਕੋਣ ਇੱਥੋਂ ਕੁ ਤੱਕ ਹੀ ਵਿਕਸਿਤ ਹੋਇਆ ਹੁੰਦਾ ਹੈ। ਇਸ ਕਰਕੇ ਗਲਤ ਨਹੀਂ ਜਾਂ ਅਧੂਰਾ ਨਹੀਂ। ਜਿੱਥੋਂ ਤੱਕ ਉਹਦਾ ਅਧਿਆਤਮਿਕ ਵਿਕਾਸ ਹੋਇਆ ਹੈ ਉਹ ਉਹਨਾਂ ਚੀਜ਼ਾਂ ਨੂੰ ਸਮਝਦੇ ਹਨ ਅਤੇ ਆਖਦੇ ਹਨ ਕਾਹੇ ਸ਼ੀਪੋਹ ਸ਼ਾਇਲ ਹੈ ਰਾਮ ਨਾ ਲਾਵੋ ਚੀਤ। ਇਸ ਕਰਕੇ ਕੱਪੜਿਆਂ ਨੂੰ ਰੰਗਣ ਸਵਾਰਨ ਦਾ ਕਾਰਜ ਕਰਨ ਦੀ ਬਜਾਏ ਆਪਣਾ ਜਿਹੜਾ ਚਿੱਤ ਹੈ ਉਹ ਜਿਹੜਾ ਅਕਾਲ ਪੁਰਖ ਦੀ ਸਿਮਰਨ ਤਰਫ ਕਿਉਂ ਨਹੀਂ ਲਗਾਉਂਦੇ। ਇਹਦੇ ਵਿੱਚ ਇੱਕ ਹੋਰ ਨੁਕਤਾ ਵਾਚਣਯੋਗ ਹੈ। ਉਹਨਾਂ ਨੇ ਸ਼ਬਦ ਸੰਬੋਧਿਤ ਕੀਤਾ ਹੈ ਰਾਮ ਨਾ ਲਾਵੋ ਚੀਤ। ਭਾਵ ਕਿ ਇਹ ਤਾਂ ਸਮਝ ਆ ਰਿਹਾ ਕਿ ਤੁਹਾਡਾ ਸਰੀਰ ਦੁਨਿਆਵੀ ਧੰਦੇ ਵਿੱਚ ਲੱਗਾ ਹੋਇਆ ਹੈ, ਪਰ ਹੁਣ ਇਹਦੇ ਤੋਂ ਇਹ ਵੀ ਪ੍ਰਭਾਵ ਬਣਦਾ ਹੈ ਕਿ ਦੁਨਿਆਵੀ ਧੰਦਾ ਵੀ ਬੰਦਾ ਤਾਂ ਕਰਦਾ ਹੈ ਜੇ ਉਹਦੇ ਵਿੱਚ ਉਹਦਾ ਚਿੱਤ ਖੁੱਭ ਰਿਹਾ ਹੈ। ਇਸ ਕਰਕੇ ਭਗਤ ਤ੍ਰਿਲੋਚਨ ਜੀ ਨੇ ਭਗਤ ਨਾਮਦੇਵ ਜੀ ਦੀ ਇੰਟਰਨਲ ਸਾਧਨਾ 'ਤੇ ਕੁਐਸਚਨ ਕੀਤਾ। ਇੰਟਰਨਲ ਦਾ ਮਤਲਬ ਕਿ ਹੁਣ ਮੈਂ ਇਹ ਗੱਲ ਕਿਵੇਂ ਮੰਨ ਲਵਾਂ ਕਿ ਕੰਮ ਤੁਸੀਂ ਸੰਸਾਰ ਦਾ ਬਾਹਰ ਮੁਖੀ ਸਰੀਰਕ ਤਲ 'ਤੇ ਕਰ ਰਹੇ ਹੋ ਅਤੇ ਤੁਹਾਡਾ ਚਿੱਤ ਇਹਦੇ ਵਿੱਚੋਂ ਗੈਰ ਹਾਜ਼ਰ ਹੈ। ਇਸ ਗੱਲ ਦਾ ਕੀ ਪ੍ਰਮਾਣ ਹੈ? ਭਗਤ ਤ੍ਰਿਲੋਚਨ ਜੀ ਪੁੱਛਦੇ ਹਨ ਕਿ ਹੁਣ ਜ਼ੁਬਾਨ 'ਤੇ ਸਿਮਰਨ ਚੱਲ ਰਿਹਾ ਹੋਏਗਾ,
ਤਾਂ ਇਹ ਪ੍ਰਭਾਵ ਬਣਦਾ ਕਿ ਮਨੁੱਖ ਦੇ ਹਿਰਦੇ 'ਚ ਵੀ ਆਨੰਦ ਭਰੀ ਅਵਸਥਾ ਬਣੀ ਹੋਏਗੀ। ਹੁਣ ਜਦੋਂ ਮਨੁੱਖ ਦੀ ਸਰੀਰ ਇੱਕ ਵੱਖਰੀ ਕਿਸਮ ਦਾ ਕਾਰਜ ਕਰ ਰਿਹਾ ਹੈ, ਪਰ ਉਹਦਾ ਤਖੱਲਸ ਕਿਸੇ ਹੋਰ ਕਿਸਮ ਦਾ ਹੈ, ਅਤੇ ਇਹਨਾਂ ਦੇ ਵਿੱਚ ਆਪਸੀ ਸੰਬੰਧ ਕੀ ਹੈ, ਜਾਂ ਆਪਸੀ ਸੰਬੰਧ ਜੇ ਨਹੀਂ ਵੀ ਹੈ ਜਾਂ ਹੈ ਵੀ, ਇਹਨੂੰ ਕਿਸ ਤਰ੍ਹਾਂ ਪ੍ਰਮਾਣਿਤ ਕੀਤਾ ਜਾਵੇ। ਭਗਤ ਤਰਲੋਚਨ ਜੀ ਪ੍ਰਸ਼ਨ ਕਰਦੇ ਹਨ ਕਿ ਹੁਣ ਮੈਨੂੰ ਤਾਂ ਇੰਝ ਹੀ ਲੱਗਦਾ, ਭਗਤ ਤਰਲੋਚਨ ਜੀ ਆਖਦੇ ਹਨ ਕਿ ਤੁਸੀਂ ਦੁਨਿਆਵੀ ਕੰਮ ਕਰ ਰਹੇ ਹੋ ਤਾਂ ਤੁਹਾਡਾ ਚਿੱਤ ਵੀ ਇਹਦੇ ਵਿੱਚ ਹੀ ਹੋਏਗਾ, ਪਰ ਦੂਜੇ ਪਾਸੇ ਤੁਹਾਨੂੰ ਲੋਕ ਭਗਤ ਆਖਦੇ ਹਨ, ਪਰਮੇਸ਼ਰ ਦੇ ਭਜਨੀਕ ਸਾਧੂ ਜਨ ਆਖਦੇ ਹਨ, ਤਾਂ ਫਿਰ ਤੁਹਾਡੇ ਉਸ ਜੀਵਨ ਦੀ ਪ੍ਰਮਾਣਿਕਤਾ ਤੁਹਾਡੇ ਵਰਤਮਾਨ ਜੀਵਨ ਦੇ ਅਭਿਆਸ ਨੂੰ ਦੇਖ ਕੇ ਕਿਵੇਂ ਪਛਾਣੀ ਜਾਵੇ। ਇਹ ਉਹਨਾਂ ਦੀ ਜਿਹੜੀ ਇੰਟਰਨਲ ਭਗਤੀ ਦੀ ਅਵਸਥਾ ਬਣੀ ਹੋਈ ਹੈ ਉਹਦੇ ਉੱਪਰ ਪ੍ਰਸ਼ਨ ਕਰਦੇ ਹਨ। ਅਤੇ ਅੱਗੇ ਭਗਤ ਤਰਲੋਚਨ ਜੀ ਦੇ ਇਸ ਜਿਗਿਆਸਾ ਭਰੇ ਪ੍ਰਸ਼ਨ ਦਾ ਜਵਾਬ ਦਿੰਦਿਆਂ ਭਗਤ ਨਾਮਦੇਵ ਜੀ ਸੰਬੋਧਨ ਹੁੰਦੇ ਹਨ। ਨਾਮਾ ਕਹਿ ਤਿਲੋਚਨਾ ਮੁਖ ਤੇ RAM ਸੰਭਾਲ। ਤਾਂ ਭਗਤ ਨਾਮਦੇਵ ਜੀ ਭਗਤ ਤਰਲੋਚਨ ਜੀ ਨੂੰ ਉਹਨਾਂ ਦੇ ਜਿਗਿਆਸਾ ਰੂਪ ਪ੍ਰਸ਼ਨ ਦਾ ਜਵਾਬ ਦਿੰਦੇ ਆਖਦੇ ਹਨ, ਨਾਮਾ ਕਹਿ ਤਿਲੋਚਨਾ। ਇਹ ਭਾਈ ਤਰਲੋਚਨ ਜੀ ਅਸਲ ਦੇ ਵਿੱਚ ਰਾਮ ਨਾਮ ਦੀ ਸਾਧਨਾ ਕਰਨ ਦਾ ਪਹਿਲਾ ਪੜਾਅ ਹੈ ਮੁਖ ਤੇ RAM ਸੰਭਾਲ। ਤੇ ਤੇਰੀ ਰਸਨਾ 'ਤੇ ਅਗਰ ਪ੍ਰਭੂ ਦੀ ਸਿਫਤ ਸਲਾਹ ਦਾ ਜ਼ਿਕਰ ਹੈ, ਉਹਦੇ ਸਰੂਪ ਦੇ ਵਰਣਨ ਦਾ ਜ਼ਿਕਰ ਹੈ, ਤਾਂ ਅੱਗੇ ਆਖਦੇ ਹਨ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਿ ਜਿਹੜੇ ਸਰੀਰ ਦਾ ਜਿਹੜਾ ਕਾਰਜ ਹੈ ਉਹ ਆਤਮ ਦੇ ਕਾਰਜ ਨਾਲੋਂ ਭਿੰਨ ਹੈ। ਇਸ ਕਰਕੇ ਹਾਥ ਪਾਓ ਕਰ ਕਾਮ ਸਭ, ਆਪਣੇ ਜੀਵਨ 'ਚ ਭਗਤੀ ਦਾ ਅਭਿਆਸ ਇੰਝ ਕਰੋ ਕਿ ਜਿਹੜਾ ਸਰੀਰ ਦਾ ਜੀਵਨ ਹੈ ਉਹ ਸੰਸਾਰ ਦੇ ਕੰਮਾਂ ਨੂੰ ਨਿਭਾਉਂਦਾ ਰਹੇ, ਆਪਣੀ ਕਿਰਤ ਆਦਿਕ ਜ਼ਿੰਮੇਵਾਰੀ ਨੂੰ ਨਿਭਾਉਂਦਾ ਰਹੇ, ਪਰ ਜਿਹੜਾ ਚਿੱਤ ਹੈ ਉਹ ਤੁਹਾਡਾ ਨਿਰੰਕਾਰ ਦੀ ਤਰਫ ਲੱਗਾ ਰਹੇ। ਇਸ ਤਰ੍ਹਾਂ ਦਾ ਯਤਨ ਕਰੋ, ਇਸ ਤਰ੍ਹਾਂ ਸਾਧਨਾ ਕਰੋ। ਇਹ ਨਹੀਂ ਕਿ ਭਗਤੀ ਦੇ ਕਾਰਜ ਨੂੰ ਪ੍ਰਮੁੱਖ ਰੱਖਦਿਆਂ ਜਾਂ ਉਹਦੇ 'ਤੇ ਚਲਦਿਆਂ ਜੀਵਨ ਦੇ ਬਾਕੀ ਸਾਰੇ ਕਾਰਜ ਵਿਸਰ ਜਾਣ ਜਾਂ ਮਨੁੱਖ ਉਹਨਾਂ ਦੇ ਵਿੱਚ ਪਿੱਛੇ ਰਹਿ ਜਾਏ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਹੁਣ ਭਗਤ ਨਾਮਦੇਵ ਜੀ ਦੇ ਇਸ ਸ਼ਲੋਕ ਨੂੰ ਵੀ ਸਮਝਣ ਦਾ ਯਤਨ ਕਰੀਏ। ਭਗਤ ਨਾਮਦੇਵ ਜੀ ਨੇ ਇੱਕ ਅਨੁਭਵ ਰੱਖਿਆ ਸਾਡੇ ਸਾਹਮਣੇ। ਨਾਮਾ ਕਹਿ ਤਿਲੋਚਨਾ ਮੁਖ ਤੇ RAM ਸੰਭਾਲ। ਸਾਧਨਾ ਦੇ ਭਗਤੀ ਸਾਧਨਾ ਦੇ 4 ਪੜਾਅ ਹਨ। ਪਹਿਲਾ ਹੈ ਜਪ, ਦੂਜਾ ਹੈ ਜਦੋਂ ਜਪ ਬਿਲਕੁਲ ਜੀਵਨ ਦੇ ਨਾਲ ਇਕਾਗਰ ਹੋ ਜਾਂਦਾ ਹੈ, ਉਦੋਂ ਜਪ ਜਿਹੜਾ ਥੋੜ੍ਹਾ ਅੰਦਰੂਨੀ ਹੋਣਾ ਸ਼ੁਰੂ ਹੋ ਜਾਂਦਾ ਹੈ, ਅਤੇ ਜਪ ਜਿਹੜਾ ਹੈ ਉਹਦੀ ਲਗਾਤਾਰ ਇਕਸਾਰਤਾ ਬਣਨ ਲੱਗ ਪੈਂਦੀ ਹੈ, ਅਤੇ ਉਹਨੂੰ ਅਜੱਪਾ ਜਾਪ ਆਖਦੇ ਹਨ। ਭਾਵ ਕਿ ਜਪ ਤੋਂ ਅੱਗੇ ਇਕਾਗਰਤਾ ਭਰੀ ਅਵਸਥਾ ਹੁੰਦੀ ਹੈ ਅਤੇ ਜਪ ਆਪਣੇ ਆਪ ਚੱਲਣ ਲੱਗ ਪੈਂਦਾ। ਫਿਰ ਉਹ ਹੋਰ ਤੀਬਰ ਹੋ ਜਾਂਦਾ ਹੈ, ਬਹੁਤ ਜ਼ਿਆਦਾ। ਫਿਰ ਇੱਕ ਅਵਸਥਾ ਹੁੰਦੀ ਹੈ ਜਦੋਂ ਜ਼ੁਬਾਨ ਦੇ ਹਿੱਲਣ ਦੀ, ਹਿਰਦੇ ਦੇ ਕਿਸੇ ਖਿਆਲ ਦੀ ਜਾਂ ਕਿਸੇ ਵਿਸ਼ੇਸ਼ ਤਰ੍ਹਾਂ ਦੇ ਉਚਾਰਨ ਦੀ ਲੋੜ ਨਹੀਂ ਹੁੰਦੀ। ਮਨੁੱਖ ਦਾ ਚਿੱਤ ਦਾ ਭਾਵ ਜਿਹਦੇ ਵਿੱਚ ਉਹਦੀ ਸਿਮਰਤੀ ਪਈ ਹੈ, ਜਿਹਦੇ ਕਰਕੇ ਉਹਦੀ ਹਸਤੀ ਬਣਦੀ ਹੈ, ਉਸ ਸਾਰੇ ਦੇ ਵਿੱਚ ਪ੍ਰਭੂ ਦੀ ਯਾਦ ਸਮਾ ਜਾਂਦੀ ਹੈ, ਅਤੇ ਉਹਦੇ ਅੰਦਰ ਜਿੰਨੇ ਖਿਆਲ ਪੈਦਾ ਹੋਣੇ ਹੁੰਦੇ ਨੇ ਉਹ ਸਾਰੇ ਅਕਾਲ ਪੁਰਖ ਦੀ ਸਿਫਤ ਸਲਾਹ ਪ੍ਰਤੀ ਪੈਦਾ ਹੁੰਦੇ ਨੇ। ਉਹਦੇ ਅੰਦਰ ਜਿਹੜੇ ਬੁੱਝਣ ਵਾਲੇ ਫੁਰਨੇ ਪੈਦਾ ਹੁੰਦੇ ਨੇ ਉਹ ਸਾਰੇ ਅਕਾਲ ਪੁਰਖ ਦੇ ਵਿਆਪਕ ਸਰੂਪ ਦੀ ਸੂਖਮਤਾ ਨੂੰ ਬੁੱਝਣ ਦਾ ਕਾਰਜ ਕਰਨ ਲੱਗ ਪੈਂਦੇ ਨੇ। ਉਹਦੇ ਜੀਵਨ ਦੀ ਸਮੁੱਚੀ ਰਵਾਨੀ, ਭਾਵੇਂ ਜੀਵਨ ਦੇ ਕਿਸੇ ਵੀ ਦ੍ਰਿਸ਼ ਨੂੰ ਦੇਖੇ, ਉਹ ਮਾਲਕ ਦੀ ਉਸਤਤ ਦਾ ਗੀਤ ਬਣਾ ਲੈਂਦੀ ਹੈ। ਇਸ ਕਰਕੇ ਭਗਤ ਨਾਮਦੇਵ ਜੀ ਕਹਿੰਦੇ ਮੁਖ ਤੇ RAM ਸੰਭਾਲ। ਮਤਲਬ ਕਿ ਜੇ ਤੂੰ ਇਹ ਯਤਨ ਕਰਨਾ ਹੈ, ਇਸ ਅਵਸਥਾ 'ਤੇ ਜਾਣਾ ਹੈ ਕਿ ਹੱਥ ਪੈਰ ਸਾਰੇ ਕੰਮ ਕਰਦੇ ਰਹਿਣ, ਪਰ ਮੇਰਾ ਜਿਹੜਾ ਚਿੱਤ ਹੈ ਉਹ ਪ੍ਰਭੂ ਦੇ ਚਰਨਾਂ ਦੀ ਤਰਫੋਂ ਨਾ ਹਟੇ, ਤਾਂ ਭਗਤ ਨਾਮਦੇਵ ਜੀ ਕਹਿੰਦੇ ਮੁਖ ਤੇ RAM ਸੰਭਾਲ। ਪਹਿਲਾਂ ਜਪ ਦਾ ਦ੍ਰਿੜ ਅਭਿਆਸ ਕਰੋ। ਭਾਵ ਕਿ ਪਹਿਲੀ ਤਰਫ ਆਪਣੇ ਹਿਰਦੇ 'ਚ ਪ੍ਰਭੂ ਦੀ ਯਾਦ ਨੂੰ ਵਸਾ ਕੇ ਉਹਦੇ ਜਿਤਨੇ ਅਸੀਮ ਗੁਣ ਹਨ ਉਹਨਾਂ ਦੀ ਕੀਰਤਨ ਰੂਪ ਉਸਤਤ ਕਰਕੇ ਉਹਦੇ ਭਾਵਾਂ ਨੂੰ ਆਪਣੇ ਮਨ ਅੰਦਰ ਵਸਾਓ। ਵਰਤਮਾਨ ਸਮੇਂ 'ਚ ਆਪਣਾ ਅਸੀਂ ਜੀਵਨ ਦੇਖੀਏ, ਅਸੀਂ ਭਾਸ਼ਾ ਦੇ ਵੱਡੇ ਅੱਖਰ ਵਰਤਦੇ ਹਾਂ, ਜਾਂ ਮੈਥ ਦੇ ਗਣਿਤ ਦੇ ਅਸੀਂ ਵੱਡੇ ਹਿਸਾਬ ਵਰਤਦੇ ਹਾਂ, ਪਰ ਇਹਦੀ ਮੂਲ ਜਿਹੜੀ ਪ੍ਰਕਿਰਿਆ ਹੈ ਉਹ ਇੱਕ ਅੱਖਰ ਤੋਂ ਸ਼ੁਰੂ ਹੋਈ ਹੈ।
ਇੱਕ ਇੱਕ ਅੱਖਰ ਜਦੋਂ ਜੁੜਦਾ ਗਿਆ ਤਾਂ ਹੁਣ ਪਹਿਲੀ ਦਫਾ ਜਦੋਂ ਅੱਖਰਾਂ ਦਾ ਜੋੜ ਕਰਨਾ ਸੀ ਤਾਂ ਬੁੱਧੀ ਦੇ ਉੱਪਰ ਜ਼ੋਰ ਪਾਉਣਾ ਪੈਂਦਾ ਸੀ, ਸਮਝਣਾ ਪੈਂਦਾ ਸੀ ਕਿਸ ਲਗ ਮਾਤਰ ਦਾ ਪ੍ਰਯੋਗ ਕਿਵੇਂ ਹੁੰਦਾ ਹੈ। ਹੁਣ ਬੜੇ ਸਾਲ ਉਹਦਾ ਰਟਨ ਅਭਿਆਸ ਕਰਕੇ, ਲਿਖਤ ਅਭਿਆਸ ਕਰਨ ਕਰਕੇ ਭਾਸ਼ਾ ਦਾ ਸਾਰਾ ਗਿਆਨ ਸਾਡੇ ਅੰਦਰ ਸਫੁਰ ਹੈ ਅਤੇ ਸ਼ਬਦ ਦਾ ਉਚਾਰਨ ਸੁਣਦਿਆਂ ਸਾਡੇ ਆਪਣੇ ਆਪ ਹੀ ਸਾਡੇ ਅੰਦਰ ਉਸ ਸ਼ਬਦ ਦਾ ਲਿਖਤ ਸਰੂਪ ਬਣ ਜਾਂਦਾ ਹੈ। ਇਸੇ ਤਰ੍ਹਾਂ ਭਗਤ ਨਾਮਦੇਵ ਜੀ ਕਹਿੰਦੇ ਮੁਖ ਤੇ ਰਾਮ ਸੰਭਾਲ। ਹੁਣ ਮੁਖ ਤੇ ਰਾਮ ਸੰਭਾਲ ਦੇ ਵਿੱਚ ਇੱਕ ਰਮਜ ਹੈ। ਰਮਜ ਹੈ ਕਿ ਜੋ ਜ਼ੁਬਾਨ ਤੋਂ ਖੁਦ ਕਥੋਗੇ, ਬੋਲੋਗੇ, ਉਚਾਰਨ ਕਰੋਗੇ, ਉਹਦਾ ਹਿਰਦੇ ਦੇ ਉੱਪਰ ਅਵੱਸ਼ ਪ੍ਰਭਾਵ ਬਣੇਗਾ, ਅਵੱਸ਼ ਪ੍ਰਭਾਵ ਬਣੇਗਾ। ਇਸ ਕਰਕੇ ਉਹਨਾਂ ਕਿਹਾ ਕਿ ਜਿਹੜੀ ਭਗਤ ਤਰਲੋਚਨ ਜੀ ਨੂੰ ਫਰਮਾਉਂਦੇ ਹਨ ਕਿ ਜਿਹੜੀ ਰਾਮ ਨਾ ਲਾਵੋ ਚੀਤ ਵਾਲੀ ਗੱਲ ਕਹੀ ਹੈ, ਅਸਲ ਦੇ ਵਿੱਚ ਭਗਤ ਤਰਲੋਚਨ ਜੀ ਉਹਦਾ ਕਾਰਨ ਇਹ ਹੈ ਕਿ ਪਹਿਲਾਂ ਮੈਂ ਮੁੱਖ ਦੇ ਤਲ 'ਤੇ ਭਾਵ ਜਿਹੜੀ ਇਹ ਰਸਨਾ ਹੈ ਇਹਨੂੰ ਅਕਾਲ ਪੁਰਖ ਦੀ ਸਿਫਤ ਸਲਾਹ ਦੀ ਤਰਫ ਲਗਾਇਆ ਹੈ। ਬੜੇ ਵਰਸ਼ ਸਾਧਨਾ ਕਰ ਕਰਕੇ ਜਦੋਂ ਮੇਰਾ ਜਪ ਅੰਦਰੂਨੀ ਹੋਣਾ ਸ਼ੁਰੂ ਹੋ ਗਿਆ, ਹੁਣ ਇਸ ਗੱਲ ਦਾ ਅਨੁਭਵ ਆਪਦੇ ਸਨਮੁਖ ਰੱਖਦੇ ਹਾਂ ਕਿਉਂਕਿ ਅਸੀਂ ਅਭਿਆਸਗਤ ਜੀਵਨ ਜਿਉਣ ਵਾਲੇ ਲੋਕ ਨਹੀਂ ਹਾਂ, ਤਾਂ ਕਰਕੇ ਸਾਨੂੰ ਇਹ ਗੱਲਾਂ ਕਈ ਵਾਰੀ ਸਮਝਣ ਬੁੱਝਣ ਦੇ ਵਿੱਚ ਥੋੜ੍ਹੀ ਘਾਟ ਵਾਪਰ ਜਾਂਦੀ ਹੈ। ਜਾਂ ਜਿਹੜਾ ਵੀ ਮਨੁੱਖ ਆਪਣੇ ਨੇਮ, ਪ੍ਰੇਮ, ਇਕਾਗਰਤਾ ਅਤੇ ਨਿਰੰਤਰਤਾ ਦੇ ਨਾਲ ਕੁਝ ਮਹੀਨੇ ਵੀ ਸ਼ਬਦ ਦਾ ਅਭਿਆਸ ਕਰ ਲੈਂਦਾ ਹੈ, ਫਿਰ ਉਹਨੂੰ ਸ਼ਬਦ ਦੇ ਜਪ ਦੀ ਪ੍ਰਤੀਤ ਆਉਣ ਲੱਗ ਪੈਂਦੀ ਹੈ। ਮਤਲਬ ਇਹਦਾ ਸਰਲ ਅਰਥ ਇਹ ਬਣਦਾ ਹੈ ਕਿ ਜਿਹੜਾ ਕੁਝ ਮਹੀਨੇ ਜਪ ਸਾਧਨਾ ਦੇ ਵਿੱਚ ਗੁਜ਼ਾਰਦਾ ਹੈ, ਉਹਨੂੰ ਕੁਝ ਮਹੀਨਿਆਂ ਬਾਅਦ ਇਸ ਤਰ੍ਹਾਂ ਲੱਗਦਾ ਹੈ ਕਿ ਹੁਣ ਜਿਹੜਾ ਪਹਿਲਾਂ ਮੈਂ ਜ਼ੁਬਾਨ ਨਾਲ ਉਚਾਰ ਰਿਹਾ ਸਾਂ ਉਹ ਆਪਣੇ ਆਪ ਅੰਦਰ ਚੱਲ ਰਿਹਾ ਹੈ। ਮਤਲਬ ਉਹਨੂੰ ਆਪਣੇ ਹਿਰਦੇ ਵਿੱਚੋਂ ਸਿਮਰਨ ਦੀ ਆਵਾਜ਼ ਸੁਣਾਈ ਦੇਣ ਲੱਗ ਪੈਂਦੀ ਹੈ ਅਤੇ ਫਿਰ ਉਹਦੀ ਜ਼ੁਬਾਨ ਜਿਹੜਾ ਹਿੱਲਣ ਦਾ ਕਾਰਜ ਬੰਦ ਕਰ ਦਿੰਦੀ ਹੈ ਅਤੇ ਫਿਰ ਉਹ ਹਿਰਦੇ ਅੰਦਰ ਉਹ ਜਿਹੜੀ ਅਵਸਥਾ ਹੈ ਉਹ ਸੰਕੇਤ ਦੇਣ ਲੱਗ ਪੈਂਦੀ ਹੈ ਕਿ ਤੇਰਾ ਸਿਮਰਨ ਅੰਤਰਮੁਖੀ ਹੋ ਗਿਆ ਹੈ। ਜਿਨ੍ਹਾਂ ਦਾ ਸਿਮਰਨ ਅੰਤਰਮੁਖੀ ਨਹੀਂ ਹੁੰਦਾ ਉਹਨਾਂ ਦਾ ਹਿਰਦਾ ਜਿਹੜਾ ਹੈ ਪੂਰਨ ਤੌਰ 'ਤੇ ਇਕਾਗਰ ਹੋ ਕੇ ਪ੍ਰਭੂ ਯਾਦ ਨਾਲ ਨਹੀਂ ਜੁੜ ਸਕਦਾ। ਫਿਰ ਮਨੁੱਖ ਨੂੰ ਪ੍ਰਤੀਤ ਆਉਣ ਲੱਗ ਪੈਂਦੀ ਹੈ। ਫਿਰ ਉਹਦੇ ਵਿੱਚ ਲੱਛਣ ਕੀ ਵਾਪਰਦੇ ਨੇ ਕਿ ਜਦੋਂ ਮਨੁੱਖ ਨੂੰ ਸਮਾਂ ਥੋੜ੍ਹਾ ਲੱਗਦਾ ਕਿ ਮੈਂ ਸਮੇਂ ਦੇ ਵਿੱਚ ਫਰੀ ਹਾਂ, ਮੁਕਤ ਹਾਂ ਬਾਕੀ ਕਾਰਜਾਂ ਤੋਂ, ਸਿਰਫ ਉਹਨੂੰ ਇੱਕੋ ਖਿਆਲ ਆਉਂਦਾ ਕਿ ਕੁਝ ਸਮਾਂ ਹੋਰ ਆਰਾਧਨਾ ਕਰ ਲਈ ਜਾਵੇ। ਇਸ ਕਰਕੇ ਉਹ ਇਕਾਂਤ ਲੱਭਦੇ ਨੇ। ਇਕਾਂਤ ਵਿੱਚ ਲੱਭਦਿਆਂ ਜਦੋਂ ਉਹਨਾਂ ਦੀ ਸਾਧਨਾ ਬੜੀ ਅੱਗੇ ਚਲੀ ਜਾਂਦੀ ਹੈ ਤਾਂ ਫਿਰ ਇਸ ਸਾਧਨਾ ਦੇ ਵਿੱਚ ਉਹਨਾਂ ਦਾ ਖਿਆਲ ਉਸ ਤਰਫੋਂ ਟੁੱਟਦਾ ਹੀ ਨਹੀਂ। ਅਤੇ ਫਿਰ ਹੁੰਦਾ ਕੀ ਹੈ, ਇੱਥੇ ਜਾ ਕੇ ਉਹਨਾਂ ਦੀ ਭਗਤੀ ਦੀ ਇੱਕ ਅਵਸਥਾ ਬਣ ਜਾਂਦੀ ਹੈ। ਫਿਰ ਉਹਨਾਂ ਦੀ ਇਕਾਗਰਤਾ ਦੇ ਖਿਆਲ ਨੂੰ ਉਹਨਾਂ ਦੇ ਸਰੀਰ ਦੇ ਕੰਮ ਤੋੜਦੇ ਹਨ, ਕਿਉਂਕਿ ਹੁਣ ਸਰੀਰਕ ਤੌਰ 'ਤੇ ਕੋਈ ਕੰਮ ਕਰਨਾ ਹੈ ਉਹਦੇ ਵਿੱਚ ਬੁੱਧੀ ਦੀ ਵੀ ਸ਼ਮੂਲੀਅਤ ਚਾਹੀਦੀ ਹੈ। ਜੇ ਬੁੱਧੀ ਦੀ ਸ਼ਮੂਲੀਅਤ ਨਾ ਹੋਏਗੀ ਤਾਂ ਜੀਵਨ ਦੇ ਬਾਹਰੀ ਕੰਮ ਨਹੀਂ ਕਰ ਸਕਾਂਗੇ। ਪਰ ਫਿਰ ਮਨੁੱਖ ਆਪਣੇ ਯਤਨ ਦੇ ਨਾਲ ਉਹਨੂੰ ਦੋਵੇਂ ਸਾਧਨਾ ਇਕੱਠੀਆਂ ਕਰਨੀਆਂ ਪੈਂਦੀਆਂ ਨੇ। ਫਿਰ ਉਹਨੂੰ ਸਮਝ ਆਉਂਦੀ ਹੈ ਕਿ ਜਿਹੜਾ ਸਰੀਰ ਦਾ ਕੰਮ ਹੈ ਇਹਦਾ ਇੱਕ ਵਾਰੀ ਬੁੱਧੀ ਦੇ ਵਿੱਚ ਪੈਟਰਨ ਬਣਨਾ ਚਾਹੀਦਾ, ਦੂਜੀ ਵਾਰ ਇਸ ਪੈਟਰਨ ਨੂੰ ਸਿੱਖਣ ਦੇ ਲਈ ਕੋਈ ਯਤਨ ਨਹੀਂ ਕਰਨਾ ਪੈਣਾ। ਸਰਲ ਰੂਪ 'ਚ ਇਵੇਂ ਕਿ ਜਿਵੇਂ ਅੱਜ ਵੀ ਕਈ ਮਨੁੱਖ ਦੇਖੋ ਆਪਣੇ ਸਰੀਰਕ ਤਲ 'ਤੇ ਕੰਮ ਕਰਦੇ ਨੇ। ਉਦਾਹਰਨ ਦੇ ਤੌਰ 'ਤੇ ਭਗਤ ਨਾਮਦੇਵ ਜੀ ਦੇ ਸ਼ਬਦਾਂ 'ਚ ਜ਼ਿਕਰ ਆਉਂਦਾ ਹੈ, ਆਨੀਲੇ ਕਾਗਦ ਕਾਟੀਲੇ ਗੂੜੀ ਆਕਾਸ਼ ਮਦੇ ਪਰਮੀਅਲੇ ਪੰਚ ਜਨਾ ਸਿਓ ਬਾਤ ਬਤਊਆ ਚੀਤ ਸੋਡੋਰੀ ਰਾਖੀਅਲੇ। ਇੱਕ ਬੱਚੇ ਦੀ ਉਦਾਹਰਣ ਦਿੰਦੇ ਹਨ ਜੋ ਪਤੰਗ ਉਡਾ ਰਿਹਾ। ਕਹਿੰਦੇ ਇੱਕ ਤਰਫ ਉਹਦੇ ਹੱਥ ਦੇ ਵਿੱਚ ਪਤੰਗ ਦੀ ਡੋਰ ਹੈ ਔਰ ਉਹਦੀ ਪਤੰਗ ਉੱਚ ਆਕਾਸ਼ ਦੇ ਵਿੱਚ ਹੈ। ਦੂਜੀ ਤਰਫ ਉਹਦੇ 4-5 ਸਾਥੀ ਉਹਦੇ ਨਾਲ ਖਲੋਤੇ ਗੱਲਾਂ ਕਰ ਰਹੇ ਹਨ। ਸਾਰਿਆਂ ਦੀਆਂ ਗੱਲਾਂ ਨੂੰ ਸੁਣ ਵੀ ਰਿਹਾ, ਉਹਦਾ ਉੱਤਰ ਵੀ ਦੇ ਰਿਹਾ, ਪਰ ਆਪਣੇ ਪਤੰਗ ਦੇ ਉਡਾਉਣ ਦਾ ਜਿਹੜਾ ਉਹਦਾ ਯਤਨ ਹੈ ਉਹਨੂੰ ਵੀ ਨਹੀਂ ਭੰਗ ਹੋਣ ਦੇ ਰਿਹਾ, ਉਹਦੇ ਵਿੱਚ ਵੀ ਨਹੀਂ ਕੋਈ ਫਰਕ ਆਉਣ ਦੇ ਰਿਹਾ। ਮਤਲਬ ਇਹ ਧਿਆਨ ਇੱਕ ਐਸੀ ਸਾਧਨਾ ਹੈ ਕਿ ਧਿਆਨ ਦੇ ਵਿੱਚ ਜਿਹੜੇ ਸਰੀਰ ਦੇ ਕੰਮ ਹਨ ਉਹ ਭਿੰਨਤਾ ਵਾਲੇ ਹੋਣ ਲੱਗ ਪੈਂਦੇ ਹਨ, ਕਿਉਂਕਿ ਸਰੀਰ ਨੂੰ ਇੱਕ ਵਾਰੀ ਬੁੱਧੀ ਦੀ ਸ਼ਮੂਲੀਅਤ ਚਾਹੀਦੀ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਕੰਮਾਂ ਦੇ ਵਿੱਚ ਜਦੋਂ ਲੋਕ ਪ੍ਰਵੀਨ ਹੋ ਜਾਂਦੇ ਹਨ ਤਾਂ ਉਹ ਬੜਾ ਕੁਝ ਕਰਦੇ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੁੱਖ ਅਤੇ ਭਗਤ ਨਾਮਦੇਵ ਜੀ ਦੇ ਗੱਲਬਾਤ ਦਾ ਜ਼ਿਕਰ ਕਰਦੇ ਹਨ, ਮੁੱਖ ਤੇ ਰਾਮ ਸੰਭਾਲ,
ਕਿ ਜਿਹੜਾ ਰਾਮ ਨਾ ਲਾਵੋ ਚੀਤ ਦੀ ਗੱਲ ਕਰ ਰਹੇ ਹੋ, ਮੈਂ ਪਹਿਲਾਂ ਮੁੱਖ ਦੇ ਤਲ 'ਤੇ ਰਾਮ ਨੂੰ ਸੰਭਾਲਿਆ ਹੈ, ਭਾਵ ਕਿ ਜਪ ਕਰ ਕਰਕੇ ਆਪਣਾ ਹਿਰਦਾ ਸ਼ੁੱਧ ਕਰ ਲਿਆ ਹੈ। ਆਪਣੀ ਸਿਮਰਤੀ ਦੇ ਅੰਦਰ, ਜਿਸ ਸਿਮਰਤੀ ਦੇ ਵਿੱਚ ਸੰਸਾਰ ਪਦਾਰਥਾਂ ਦਾ ਮੋਹ ਜਾਂ ਹੋਰ ਬੜਾ ਕੁਝ ਵਸਣਾ ਸੀ, ਉੱਥੇ ਕੇਵਲ ਨਿਰੋਲ ਪ੍ਰਭੂ ਦੀ ਯਾਦ ਹੈ। ਨਿਰੋਲ ਪ੍ਰਭੂ ਦੀ ਯਾਦ ਹੋਣ ਕਰਕੇ ਹੁਣ ਜੀਵਨ ਦੇ ਜਿਹੜੇ ਕੰਮ ਹਨ ਜਾਂ ਬਾਡੀ ਦੇ ਜਿਹੜੇ ਕਾਰਜ ਹਨ, ਉਹ ਚਿੱਤ ਦੇ ਉੱਪਰ ਅਸਰ ਨਹੀਂ ਪਾਉਂਦੇ ਹਨ। ਇਸ ਕਰਕੇ ਭਗਤ ਤਰਲੋਚਨ ਜੀ ਨੂੰ ਫਰਮਾਉਂਦੇ ਹਨ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਕਿ ਮੇਰਾ ਅੰਤਰੀਵ ਕੀ ਹੈ ਕਿ ਜਿੱਥੋਂ ਪਰਮੇਸ਼ਰ ਦਾ ਸਿਮਰਨ ਕਰਨਾ ਉਹਦੇ ਨਾਲ ਹੀ ਜੁੜਿਆ ਹੋਇਆ ਹੈ, ਪਰ ਮੈਂ ਆਪਣੀ ਬਾਡੀ ਨੂੰ ਆਪਣੇ ਚਿੱਤ ਨਾਲੋਂ ਵੱਖਰਾ ਕਰ ਲਿਆ ਹੈ। ਇਸ ਕਰਕੇ ਇਹ ਇੱਕ ਅਧਿਆਤਮਿਕ ਸਾਧਨਾ ਦੀ ਗੁੱਝੀ ਰਮਜ ਹੈ ਕਿ ਜਿਹੜੇ ਬੰਦੇ ਬੰਦਗੀ ਦੇ ਵਿੱਚ ਬੜੇ ਬਾਰੀਕ ਹੋ ਜਾਂਦੇ ਨੇ, ਉਹਨਾਂ ਦੀ ਮਨ, ਦੇਹ ਅਤੇ ਸੁਰਤ ਦੀ ਜਿਹੜੀ ਹੈ ਭਿੰਨਤਾ ਵਾਪਰ ਜਾਂਦੀ ਹੈ। ਉਹ ਸੰਸਾਰ ਦੀ ਹਾਲਤ ਨੂੰ ਪੂਰੀਆਂ ਕਰਨ ਦੇ ਲਈ ਉਹਨਾਂ ਦੀ ਬਾਡੀ ਦਾ ਜੀਵਨ ਵੱਖਰਾ ਹੁੰਦਾ ਹੈ। ਮਤਲਬ ਉਹਨੂੰ ਇੰਝ ਸਰਲ ਭਾਸ਼ਾ 'ਚ ਕਹਿਣਾ ਹੋਵੇ ਕਿ ਉਹਨਾਂ ਨੂੰ ਪਤਾ ਹੈ ਕਿ ਸਰੀਰ ਨੇ ਸਾਡੇ ਨੇ ਕੀ ਕਾਰਜ ਕਰਨਾ। ਸਰੀਰ ਦੇ ਕਾਰਜ ਕਰਨ ਦੇ ਲਈ ਉਹ ਪ੍ਰਬੀਨਤਾ ਲੱਭ ਲੈਂਦੇ ਹਨ। ਇਹਦਾ ਸਰਲ ਭਾਵ ਇਸ ਤਰ੍ਹਾਂ ਬਣ ਸਕਦਾ ਹੈ ਕਿ ਜਿਵੇਂ ਕੋਈ ਵੀ ਮਨੁੱਖ ਜਿਹੜੀ ਵੀ ਕਿਰਤ ਕਰਦਾ ਹੈ, ਉਹ 5, 7, 10 ਸਾਲ ਕਰ ਲਏ ਅਤੇ ਉਹਦੀ ਬਾਡੀ ਦੇ ਵਿੱਚ ਉਸ ਕਿਰਤ ਦਾ ਇੱਕ ਢਾਂਚਾ ਢਲ ਜਾਂਦਾ ਹੈ ਅਤੇ ਉਹਦੀ ਫਿਰ ਬਾਡੀ ਜਿਹੜੀ ਹੈ ਉਵੇਂ ਹੀ ਕੰਮ ਕਰਨ ਲੱਗ ਪੈਂਦੀ ਹੈ। ਉਹਨੂੰ ਕੋਈ ਵਿਸ਼ੇਸ਼ ਤਰ੍ਹਾਂ ਦੀ ਬੁੱਧੀ ਨਹੀਂ ਜਟਾਉਣੀ ਪੈਂਦੀ। ਜਿਵੇਂ ਮੈਂ ਕਈ ਨਵੀਆਂ ਕ੍ਰੀਏਟਿਵ ਚੀਜ਼ਾਂ ਸਿੱਖਣ ਦੇ ਪ੍ਰਤੀ ਉਤਸੁਕ ਰਹਿੰਦਾ, ਤਾਂ ਜਦੋਂ ਜਿਨ੍ਹਾਂ ਨੂੰ ਜਾ ਕੇ ਪੁੱਛੀਦਾ ਜੀ ਤੁਸੀਂ ਇਹ ਜਦੋਂ ਕੰਮ ਕਰਦੇ ਹੋ ਤਾਂ ਕਿਵੇਂ ਕਰਦੇ ਹੋ, ਜਿਵੇਂ ਉਦਾਹਰਨ ਦੇ ਤੌਰ 'ਤੇ ਚਿੱਤਰਕਾਰੀ ਸਿੱਖਣ ਦਾ ਇੱਕ ਪੈਮਾਨਾ, ਤਾਂ ਜਦੋਂ ਦੇਖਿਆ ਕਿ ਉਹ ਬੜਾ ਵੱਡਾ ਅਕਸ ਬਣਾ ਦਿੰਦਾ ਹੈ, ਜਦੋਂ ਬਣਾ ਰਿਹਾ ਉਦੋਂ ਲੱਗਦਾ ਨਹੀਂ ਕਿ ਇੰਨਾ ਸੁੰਦਰ ਚਿੱਤਰ ਬਣ ਜਾਏਗਾ, ਤਾਂ ਬਾਅਦ ਦੇ ਵਿੱਚ ਪੁੱਛਣਾ ਕਿ ਤੁਸੀਂ ਕਿਵੇਂ ਬਣਾਉਂਦੇ ਹੋ, ਅਤੇ ਉਹਨਾਂ ਦਾ ਉੱਤਰ ਪਤਾ ਕੀ ਹੁੰਦਾ ਹੈ, ਜੀ ਮੈਂ ਤਾਂ ਬਸ ਬੁਰਸ਼ ਫੜ ਕੇ ਰੰਗ ਲਗਾ ਕੇ ਕੈਨਵਸ 'ਤੇ ਫੇਰਦਾ ਹਾਂ, ਫੇਰ ਹੀ ਜਾਨਾ ਆਪਣੇ ਆਪ ਚਿੱਤਰ ਬਣ ਜਾਂਦਾ ਹੈ। ਹੁਣ ਉਹਦੀ ਇਸ ਗੱਲ ਦੇ ਵਿੱਚ ਗਿਆਨ ਹੈ ਕਿ ਜਦੋਂ ਪਹਿਲੀ ਦਫਾ ਉਹਨੇ ਬੁਰਸ਼ ਫੇਰਿਆ ਜਾਂ ਜੋ ਵੀ ਉਹਨੇ ਚਿੱਤਰ ਦਾ ਨਿਰਮਾਣ ਬਣਾਉਣਾ ਚਾਹਿਆ, ਉਹ ਨਹੀਂ ਬਣਿਆ। ਹੌਲੀ ਹੌਲੀ ਜਿਹੜਾ ਰੋਜ਼ਾਨਾ ਦ੍ਰਿਸ਼ ਸੀ ਉਹਦੇ ਉੱਪਰ, ਉਹਦੀ ਸੁਰਤ ਦੇ ਉੱਪਰ, ਉਹਦੀ ਬੁੱਧੀ ਉੱਪਰ ਅਸਰ ਪਾਉਂਦਾ ਗਿਆ ਅਤੇ ਉਹਦੇ ਚਿੱਤ ਦੇ ਹਿੱਸੇ ਵਿੱਚ ਇੱਕ ਚਿੱਤਰਕਾਰੀ ਦੀ ਕਲਾ ਦਾ ਅੰਸ਼ ਸਮਾ ਗਿਆ। ਅਤੇ ਹੁਣ ਜਦੋਂ ਉਹ ਕਲਾ ਦਾ ਗਿਆਨ ਜਦੋਂ ਉਹਨੂੰ ਉਹ ਕਰਮ 'ਚ ਲਿਆਉਂਦਾ ਹੈ ਅਤੇ ਉਹ ਆਪਣੇ ਆਪ ਸਫੁਰ ਹੋਣ ਲੱਗ ਪੈਂਦਾ। ਮਤਲਬ ਪੁੱਠੇ ਤਰੀਕੇ ਨਾਲ ਵੀ ਹੱਥ ਚਲਾਵੇ, ਕਿਸੇ ਨਾ ਕਿਸੇ ਚਿੱਤਰ ਦਾ ਨਿਰਮਾਣ ਹੋ ਹੀ ਜਾਏਗਾ। ਇਸੇ ਤਰ੍ਹਾਂ ਇਹ ਜੀਵਨ ਦੇ ਵਿੱਚ ਜਿਹਨੂੰ ਅਸੀਂ ਪ੍ਰਵੀਨਤਾ ਕਹਿੰਦੇ ਹਾਂ, ਪ੍ਰਵੀਨਤਾ ਦਾ ਕਾਰਜ ਹੈ ਕਿ ਇਹ ਚੀਜ਼ ਬਾਡੀ ਦੇ ਤਲ 'ਤੇ ਕੁਝ ਸਾਲਾਂ 'ਚ ਹੀ ਆ ਜਾਂਦੀ ਹੈ। ਇਸ ਕਰਕੇ ਭਗਤ ਨਾਮਦੇਵ ਜੀ ਨੇ ਕਿਹਾ ਨਾ ਕਿ ਪੰਚ ਜਨਾ ਸਿਓ ਬਾਤ ਬਤਾਊਆ, ਕਿ ਉਹ ਜੀਵਨ ਦੇ ਦੋ ਕਾਰਜ ਇਕੱਠੇ ਨਿਭਾ ਰਿਹਾ ਹੈ, ਕਿ ਜਿਸ ਤਰਫ ਉਹਦਾ ਚਿੱਤ ਹੈ ਉਹਨੂੰ ਚਿੱਤ ਦੇ ਨਾਲ ਡੀਲ ਕਰ ਰਿਹਾ। ਮਤਲਬ ਉਹਨੂੰ ਪਤੰਗ ਉਡਾਉਣ ਵਿੱਚ ਸਵਾਦ ਹੈ, ਉਹ ਆਪਣਾ ਸਵਾਦ ਨਹੀਂ ਭੰਗ ਹੋਣ ਦੇਣ ਡਿਆ, ਪਰ ਉਹਨੂੰ ਪਤਾ ਹੈ ਕਿ ਜੇ ਮੈਂ ਆਪਣੇ ਦੋਸਤਾਂ ਦੀ ਗੱਲ ਦਾ ਜਵਾਬ ਨਾ ਦਿੱਤਾ, ਮੇਰੇ ਪਤੰਗ ਉਡਾਉਣ ਦੇ ਰਸ ਵਿੱਚ ਥੋੜ੍ਹਾ ਖਲਲ ਡਾਲਣਗੇ। ਇਸ ਕਰਕੇ ਉਹ ਉਹਨਾਂ ਦੀ ਗੱਲਬਾਤ ਲਈ ਆਪਣੀ ਬੁੱਧੀ ਦੇ ਹਿੱਸੇ ਦੀ ਵਰਤੋਂ ਕਰਦਾ ਹੈ। ਇਸ ਕਰਕੇ ਸਾਨੂੰ ਆਪਣੇ ਜੀਵਨ 'ਚ ਚੀਜ਼ਾਂ ਸਮਝ ਲੈਣੀਆਂ ਚਾਹੀਦੀਆਂ ਹਨ। ਸਿਮਰਨ ਦੇ ਵਿੱਚ ਕੇਵਲ ਚਿੱਤ ਕੰਮ ਕਰਦਾ ਹੈ। ਸਿਮਰਨ ਦੇ ਵਿੱਚ ਨਾ ਤਾਂ ਮਨ ਕੰਮ ਕਰਦਾ ਹੈ ਅਤੇ ਨਾ ਬੁੱਧੀ ਕੰਮ ਕਰਦੀ ਹੈ। ਹੁਣ ਉਦਾਹਰਨ ਦੇ ਤੌਰ 'ਤੇ ਜਿਸ ਬੰਦੇ ਨੂੰ ਸ਼ਬਦ ਅਭਿਆਸ ਕਰਦਿਆਂ ਖਿਆਲ ਰਹੇ ਕਿ ਮੈਂ ਮਤਲਬ ਅੱਜ ਪਹਿਲਾਂ ਉੱਠ ਕੇ ਬੈਠਾ ਸਿਮਰਨ ਦੇ ਵਿੱਚ, ਸਮਝ ਲੈਣਾ ਉਹ ਮਨ ਦੇ ਤਲ 'ਤੇ ਸਿਮਰਨ ਕਰ ਰਿਹਾ ਅਤੇ ਇਸ ਸਿਮਰਨ ਦੀ ਗਹਿਰਾਈ ਨਹੀਂ ਬਣੇਗੀ। ਜੇ ਉਹਨੂੰ ਇਹ ਵੀ ਖਿਆਲ ਰਹਿ ਰਿਹਾ ਹੈ ਕਿ ਮੈਨੂੰ ਅੱਜ ਬੈਠੇ ਨੂੰ ਹੁਣ ਸਿਮਰਨ ਅਭਿਆਸ ਦੇ ਵਿੱਚ 40-20 ਘੰਟਾ ਹੋ ਗਿਆ, ਇਹ ਬੁੱਧੀ ਦੇ ਤਲ 'ਤੇ ਇਹ ਵੀ ਸਿਮਰਨ ਦੀ ਗਹਿਰਾਈ ਨਹੀਂ ਬਣੇਗੀ। ਅਤੇ ਜੇ ਉਹਨੂੰ ਸਿਮਰਨ ਕਰਦਿਆਂ ਇਹ ਵੀ ਚੇਤਾ ਰਹਿ ਰਿਹਾ ਹੈ, ਇਸ ਖਿਆਲ ਦਾ ਰਹਿ ਰਿਹਾ ਹੈ ਕਿ ਮੈਨੂੰ 20 ਦਿਨ ਹੋ ਗਏ ਜਾਂ ਮੈਨੂੰ 10 ਸਾਲ ਹੋ ਗਏ ਸਿਮਰਨ ਕਰਦੇ ਨੂੰ, ਇਸ ਸਿਮਰਨ ਦੀ ਗਹਿਰਾਈ ਵੀ ਨਹੀਂ ਬਣੇਗੀ, ਕਿਉਂਕਿ ਇਹਦੇ ਵਿੱਚ ਅਹੰ ਕੰਮ ਕਰ ਰਹੀ ਹੈ। ਤਾਂ ਕਰਕੇ ਭਗਤ ਕਬੀਰ ਨਾਮਦੇਵ ਜੀ ਆਖਦੇ ਹਨ, ਮੁੱਖ ਤੇ ਰਾਮ ਸੰਭਾਲ, ਉੱਥੇ ਕੇਵਲ ਚਿੱਤ ਰਹਿਣਾ ਚਾਹੀਦਾ। ਅਤੇ ਹੁਣ ਚਿੱਤ ਰਹਿਣ ਦੇ ਮਤਲਬ ਕੀ ਹੈ? ਚਿੱਤ ਰਹਿਣ ਦਾ ਮਤਲਬ ਹੈ ਉੱਥੇ ਸਾਨੂੰ ਸਾਡੀ ਐਗਜ਼ਿਸਟੈਂਸ ਭੁੱਲ ਜਾਏ, ਸਾਡਾ ਸਾਰਾ ਮੁਕੰਮਲ ਵਜੂਦ ਭੁੱਲ ਜਾਏ। ਮੁਕੰਮਲ ਵਜੂਦ ਭੁੱਲਣ ਦਾ ਮਤਲਬ ਹੈ ਅਸੀਂ ਮਨੁੱਖ ਹਾਂ, ਇਸ ਦੇਸ਼ ਵਿੱਚ ਆਏ ਹਾਂ, ਭਾਸ਼ਾ, ਰੂਪ, ਰੰਗ, ਜਾਤ ਜੋ ਸਾਡੇ ਜੀਵਨ ਨਾਲ ਜੁੜਿਆ ਇਹ ਸਾਰਾ ਮਨਫੀ ਹੋ ਜਾਏ। ਜਿਹੜਾ ਸਾਡਾ ਖਿਆਲ ਹੈ ਕਿ ਅਸੀਂ ਬੈਠ ਕੇ ਇਹ ਕੰਮ ਕਰ ਰਹੇ ਹਾਂ, ਇਹ ਵੀ ਖਿਆਲ ਭੁੱਲ ਜਾਏ।
ਇਸ ਖਿਆਲ ਨੂੰ ਕਿੰਨਾ ਲੰਮਾ ਸਰ ਕੇ ਕਿੰਨੀ ਕਮਾਈ ਕਰ ਚੁੱਕੇ ਹਾਂ ਇਹ ਵੀ ਭੁੱਲ ਜਾਏ। ਕੇਵਲ ਉੱਥੇ ਨਿਰੋਲ ਬਚਿਆ ਰਹੇ ਕਿ ਅਸੀਂ ਜੋਤ ਸਰੂਪ ਹਾਂ, ਅਤੇ ਜੋਤ ਸਰੂਪ ਨੂੰ ਇਸ ਸਰੀਰ ਦੇ ਵਿੱਚ ਪਾ ਕੇ ਮਾਲਕ ਨੇ ਆਪਣੀ ਸਿਫਤ ਦਾ ਰੰਗ ਲਾਇਆ ਹੈ, ਅਤੇ ਇਹ ਸਿਫਤ ਜਿਹੜਾ ਕਰਕੇ ਹੀ ਸਾਡੀ ਦੇਹਾ ਸਫਲ ਹੈ। ਕੇਵਲ ਇੰਨਾ ਖਿਆਲ ਜਦੋਂ ਸਿਮਰਨ ਸਾਧਨਾ ਕਰਦਿਆਂ ਬਚੇ, ਉਸ ਦਿਨ ਬੰਦੇ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਅੱਜ ਮੇਰੇ ਸਿਮਰਨ ਦੀ ਸਾਧਨਾ ਪੂਰੀ ਹੋਈ। ਕਈ ਦਫਾ ਲੋਕ ਜ਼ਿਕਰ ਕਰਨਗੇ, ਮਿਲਣਗੇ, ਮੈਂ ਜੀ 40 ਮਿੰਟ ਰੋਜ਼ ਲਗਾਉਣਾ, ਮੂੰਹ ਤੋਂ ਸ਼ਾਬਾਸ਼ੀ ਦੇ ਦਈਦੀ ਹੈ, ਪਰ ਦਿਲ 'ਚ ਕਹੀਦਾ ਹੈ ਕਿ ਅਰਦਾਸ ਕਰੀਦੀ ਹੈ ਕਿ ਮਾਲਕ ਤੇਰੀ ਬੁੱਧੀ 'ਚੋਂ ਗਿਣਤੀ ਵਾਲਾ ਪੈਮਾਨਾ ਕੱਢ ਦੇਵੇ, ਕਿਉਂਕਿ ਤੇਰੀ ਗਹਿਰਾਈ ਨਹੀਂ ਬਣੇਗੀ। ਹੁਣ ਉਦਾਹਰਨ ਦੇ ਤੌਰ 'ਤੇ ਦੁਨੀਆ ਵਿੱਚ ਜੋ ਕੁਝ ਕਮਾਲ ਪੈਦਾ ਹੋਇਆ ਉਦੋਂ ਹੀ ਪੈਦਾ ਹੋਇਆ ਜਦੋਂ ਬੰਦੇ ਗਿਣਤੀਆਂ ਮਿਣਤੀਆਂ ਟੱਪ ਗਏ। ਮੈਂ ਕੁਝ ਦਿਨ ਕੋਈ ਪ੍ਰੇਰਨਾਤਮਕ ਗਾਥਾ ਪੜ੍ਹ ਰਿਹਾ ਸਾਂ। ਕੋਈ ਮਨੁੱਖ ਹੈ, ਉਹਨੇ ਕਿਸੇ ਬਹੁਤ ਵੱਡੇ ਪਰਬਤੀ ਚਟਾਨਾਂ ਨੂੰ ਕੱਟ ਕੇ ਨਹਿਰ ਬਣਾਈ ਸੀ। ਜਦੋਂ ਪਹਿਲੀ ਦਫਾ ਉਹ ਚਟਾਨ ਗਿਆ ਅਤੇ ਉਹਨੇ ਜਦੋਂ ਮਤਲਬ ਉੱਥੋਂ ਦੀ ਗੌਰਮੈਂਟ ਨਹੀਂ ਸੀ ਕਰ ਸਕਦੀ, ਕੋਈ ਪੁਰਾਣੀ ਗੱਲ ਹੈ, ਤਾਂ ਉਸ ਮਨੁੱਖ ਨੇ ਜਾ ਕੇ ਪਹਿਲੀ ਦਫਾ ਕਹਿੰਦੇ ਛੈਣੀ ਥੋੜਾ ਲੈ ਕੇ ਜਦ ਚਟਾਨ ਨੂੰ ਤੋੜਿਆ ਨਾ, ਅਤੇ ਲਾਗੋਂ ਜਿਹੜੇ ਲੋਕ ਲੰਘੇ ਜਾਂ ਜਿਹੜੇ ਗਏ ਉਹ ਕਹਿਣ ਲੱਗੇ ਵੀ ਇਹ ਕੰਮ ਬੜਾ ਵੱਡਾ ਹੈ, ਤੇਰੇ ਕੋਲ ਨਹੀਂ ਹੋਣਾ। ਉਹਨੇ ਕੀ, ਉਹ ਪਹਿਲੇ ਦਿਨ ਹੌਸਲਾ ਢਾਹ ਬੈਠਾ, ਦੂਜੇ ਦਿਨ ਵੀ, ਤੀਜੇ ਦਿਨ ਵੀ, ਚੌਥੇ ਦਿਨ ਉਹ ਜਦ ਇਹ ਆਪਣੇ ਰੋਸ ਭਰੇ ਜਾਂ ਥੋੜ੍ਹੀ ਜਿਹੀ ਨਿਰਾਸ਼ਾ ਭਰੇ ਮਨ ਨਾਲ ਉਹ ਕੰਮ ਕਰ ਰਿਹਾ ਸੀ। ਉਹਨੇ ਕੀ ਕੀਤਾ ਕਿ ਜਦੋਂ ਤੋੜ ਰਿਹਾ ਸੀ ਤਾਂ ਇੱਕ ਚਟਾਨ ਜਿਹਨੂੰ ਉਹਨੇ 1 ਇੰਚੀ ਤੋੜਨ ਦਾ ਯਤਨ ਕਰ ਰਿਹਾ ਸੀ, ਉਹਦੇ 1 ਇੰਚ ਯਤਨ ਕਰਨ ਦੇ ਨਾਲ ਉਹ 11-12 ਇੰਚ ਟੁੱਟ ਗਈ। ਫਿਰ ਉਹਨੂੰ ਸਮਝ ਆਈ ਕਿ ਮੇਰਾ ਯਤਨ ਤਾਂ 1 ਇੰਚ ਨੂੰ ਤੋੜਨ ਦਾ ਸੀ, ਇਹ 12 ਇੰਚ ਹੈ। ਕੱਲ੍ਹ ਮੇਰਾ ਯਤਨ 20 ਇੰਚ ਦਾ ਹੋਏਗਾ, 40 ਇੰਚ ਟੁੱਟੇਗੀ, 40 ਦਾ ਹੋਏਗਾ 80 ਇੰਚ ਟੁੱਟੇਗੀ। ਮਤਲਬ ਕਿ ਚਟਾਨ ਉਹ ਥੋੜ੍ਹਾ ਜਿੰਨੀ ਕੁ ਤੋੜਾਂਗਾ ਉਨੀ ਕੁ ਟੁੱਟੇਗੀ। ਫਿਰ ਉਹਨੇ ਤਹਈਆ ਕਰ ਲਿਆ ਕਿ ਰੋਜ਼ ਉਹਨੇ ਆਪਣੀ ਜ਼ਿੰਦਗੀ ਦੇ ਇੰਚ ਗਿਣ ਲਏ ਕਿ ਇਹ ਕਿੰਨੀ ਲੰਬੀ ਹੈ, ਕਿੰਨੀ ਗਹਿਰੀ ਹੈ, ਮੇਰਾ ਜੀਵਨ ਇੰਨਾ ਹੈ, ਜੇ ਮੈਂ ਰੋਜ਼ ਇੰਨਾ ਖੁਦਾਈ ਕਰਾਂ ਤਾਂ ਇੰਝ। ਮਤਲਬ ਉਹਨੇ ਆਪਣੇ ਜੀਵਨ ਦੇ ਹਰੇਕ ਪਲ ਨੂੰ ਉਹਦੀ ਸਾਧਨਾ ਨਾਲ ਜੋੜ ਲਿਆ, ਅਤੇ ਅੰਤਿਮ ਸਮੇਂ ਉਸਨੇ ਸਾਰੀ ਉਸ ਚਟਾਨੀ ਪਰਬਤ ਹਿੱਸੇ ਨੂੰ ਕੱਟ ਕੇ ਉਹਦੇ ਵਿੱਚੋਂ ਨਹਿਰ ਦਾ ਨਿਰਮਾਣ ਕਰ ਦਿੱਤਾ। ਮੁੱਖ ਤੇ ਰਾਮ ਸੰਭਾਲ। ਇਹ ਗੱਲ ਪ੍ਰੇਰਨਾਤਮਕ ਤਾਂ ਦੱਸੀ ਕਿ ਜੇ ਸਾਨੂੰ ਸਾਡੇ ਆਲੇ ਦੁਆਲੇ ਦੀ ਸੁੱਧ ਰਵੇ ਅਤੇ ਕਰਮ ਦੀ ਸ਼ੁੱਧਤਾ ਸਾਨੂੰ ਖਿਆਲ ਹੀ ਨਾ ਰਵੇ। ਜਿਵੇਂ ਮੈਂ ਤੁਹਾਡੇ ਨਾਲ ਅਰਜ਼ ਕਰਦਾ, ਅੰਮ੍ਰਿਤਸਰ ਦੇ ਵਿੱਚ ਇੱਕ ਬੜੇ ਵੱਡੇ ਸੰਗੀਤਕਾਰ ਹਨ, ਬਹੁਤ ਵੱਡੇ ਸੰਗੀਤਕਾਰ। ਇੱਕ ਦਫਾ ਉਹਨਾਂ ਦੀ ਮਜਲਿਸ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਤਾਂ ਉਹਨਾਂ ਨੇ ਬੜੀ ਕਮਾਲ ਦੀ ਗੱਲ ਕਹੀ। ਕਹਿਣ ਲੱਗੇ ਕਿ ਅਸੀਂ ਕਦੀ ਆਪਣੇ ਵਿਦਿਆਰਥੀਆਂ ਨੂੰ ਰਿਆਜ਼ ਕਰਨ ਲਈ ਨਹੀਂ ਕਿਹਾ। ਮਤਲਬ ਆਮ ਉਸਤਾਦਾਂ ਕੀਰਤਨ ਸਿੱਖਣ ਜਾਓ, ਕਹਿਣਗੇ 2 ਘੰਟੇ ਜ਼ਰੂਰ ਕਰਿਓ, 5 ਘੰਟੇ ਜ਼ਰੂਰ ਕਰਿਓ। ਕਹਿੰਦੇ ਅਸੀਂ ਕਦੀ ਨਹੀਂ ਕਿਹਾ। ਮੈਂ ਕਿਹਾ ਜੀ ਇਹਦਾ ਕਾਰਨ ਹੋਏਗਾ। ਕਹਿੰਦੇ ਰਿਆਜ਼ ਅਤੇ ਸਾਹ ਲੈਣਾ ਇੱਕੋ ਚੀਜ਼ ਹੈ। ਜੇ ਤੁਹਾਡਾ ਰਿਆਜ਼ ਸਾਹ ਲੈਣ ਵਾਂਗ ਨਹੀਂ ਚੱਲਦਾ ਅਤੇ ਤੁਸੀਂ ਜੀਵਨ ਦੇ ਵਿੱਚ ਸੰਗੀਤਕਾਰ ਨਹੀਂ ਬਣ ਸਕੋਗੇ। ਇਸ ਕਰਕੇ ਆਪਣੇ ਰਿਆਜ਼ ਨੂੰ ਸਾਹਾਂ ਵਾਂਗ ਚਲਾਉਣਾ ਪਏਗਾ। ਭਾਵ ਕਿ ਜਦੋਂ ਵੇਖੋ ਰਿਆਜ਼ ਵਿੱਚ ਹੀ ਰਹਿਣਾ, ਅਭਿਆਸ ਕਰਨ ਦੇ ਵਿੱਚ ਹੀ ਰਹਿਣਾ, ਸੁਰ ਦਾ ਅਭਿਆਸ ਕਰਨ ਦੇ ਵਿੱਚ। ਇਸ ਕਰਕੇ ਭਗਤ ਨਾਮਦੇਵ ਜੀ ਨੇ ਅਨੁਭਵ ਦਿੱਤਾ ਕਿ ਮੁੱਖ ਤੇ ਰਾਮ ਸੰਭਾਲ, ਕਿ ਜਿਸ ਚਿੱਤ ਨੂੰ ਜੋੜਨ ਦੀ ਭਗਤ ਤਰਲੋਚਨ ਜੀ ਗੱਲ ਕਰਦੇ ਹੋ, ਇਸ ਚਿੱਤ ਨੂੰ ਜੋੜਨ ਦਾ ਕਾਰਜ ਕਰਨ ਦਾ ਪਹਿਲਾ ਕਰਮ ਹੈ ਤੁਹਾਡੀ ਜ਼ੁਬਾਨ 'ਤੇ ਮਾਲਕ ਦੀ ਅਰਾਧਨਾ ਹੋਵੇ, ਅਤੇ ਇਹ ਇੰਨੀ ਜ਼ਿਆਦਾ ਹੋਵੇ ਕਿ ਤੁਹਾਡੇ ਜੀਵਨ 'ਚ ਬਾਕੀ ਕੁਝ ਬਚੇ ਹੀ ਨਾ, ਤੁਹਾਡੀ ਇੱਕੋ ਹੀ ਗੱਲ ਹੋਵੇ। ਹੁਣ ਉਦਾਹਰਨ ਦੇ ਤੌਰ 'ਤੇ ਸ਼ਮਸ ਤਬਰੇਜ਼ ਅਤੇ ਮੌਲਾਨਾ ਰੂਮੀ ਦੇ ਜੀਵਨ ਦੀ ਇੱਕ ਬੜੀ ਸੁੰਦਰ ਘਟਨਾ ਹੈ। ਮੌਲਾਨਾ ਰੂਮ ਨੇ ਇੱਕ ਵਾਰੀ ਸ਼ਮਸ ਤਬਰੇਜ਼ ਨੂੰ ਕਿਹਾ, ਮੌਲਾਨਾ ਰੂਮ ਇਸਲਾਮ ਦਾ ਬੜਾ ਵੱਡਾ ਵਿਦਵਾਨ ਹੋਇਆ, ਸੂਫੀਜ਼ਮ ਦੇ ਵਿੱਚ ਉਹਦੀ ਰਚਨਾ ਮਸਨਵੀ ਜਗਤ ਪ੍ਰਸਿੱਧ ਹੈ ਲਿਟਰੇਚਰ ਦੇ ਵਿੱਚ, ਅਤੇ ਸ਼ਮਸ ਤਬਰੇਜ਼ ਅਨਪੜ੍ਹ ਸੀ, ਉਹਦਾ ਗੁਰੂ ਸੀ ਉਹ। ਮੌਲਾਨਾ ਰੂਮ ਨੇ ਇੱਕ ਦਫਾ ਕਿਹਾ ਸ਼ਮਸ ਤਬਰੇਜ਼ ਨੂੰ, ਭਈ ਸ਼ਮਸ ਤਬਰੇਜ਼ ਆਪਣੇ ਮੁਰਸ਼ਿਦ ਨੂੰ ਕਿਹਾ ਕਿ ਕਦੋਂ ਕੁ ਤੱਕ ਤੂੰ ਰੱਬ ਦੀ ਗੱਲ ਕਰ ਸਕਦਾ, ਉਹਦੇ ਸੰਬੰਧ 'ਚ ਕਿੰਨਾ ਜ਼ਿਕਰ ਕਰ ਸਕਦਾ। ਸ਼ਮਸ ਤਬਰੇਜ਼ ਕਹਿਣ ਲੱਗਾ ਕਿ ਇਸ ਗੱਲ ਦਾ ਮੇਰੇ ਕੋਲ ਕੋਈ ਇਲਮ ਨਹੀਂ। ਕਹਿਣ ਲੱਗਾ ਮਤਲਬ, ਕਹਿੰਦਾ ਕਿ ਮੈਂ ਇੰਨਾ ਜ਼ਿਆਦਾ ਰੱਬੀ ਯਾਦ ਦੇ ਵਿੱਚ ਫਨਾਹ ਹੋ ਚੁੱਕਿਆ ਹਾਂ, ਮੈਨੂੰ ਆਪਣੇ ਦੇਹ ਦੇ ਬਲ ਦਾ ਵੀ ਨਹੀਂ ਪਤਾ ਰਿਹਾ। ਮਤਲਬ ਇੰਨਾ ਜ਼ਿਆਦਾ ਮੈਨੂੰ ਇਹ ਵੀ ਨਹੀਂ ਪਤਾ ਕਿ
ਮੇਰੀ ਜ਼ੁਬਾਨ 'ਚ ਕਿੰਨਾ ਬਲ ਹੈ, ਮੇਰੀ ਬੁੱਧੀ 'ਚ ਕਿੰਨਾ ਜ਼ੋਰ ਹੈ, ਮੇਰੇ ਸਰੀਰ 'ਚ ਕਿੰਨਾ ਤਾਣ ਹੈ ਅਤੇ ਮੈਂ ਕਿੰਨਾ ਸਮਾਂ ਉਸ ਪ੍ਰਭੂ ਦੀ ਯਾਦ ਦੇ ਗੁਣ ਗਾ ਸਕਾਂਗਾ। ਪਰ ਕਹਿੰਦਾ ਚਲੋ ਇਹਦੀ ਪਰਖ ਕਰਦੇ ਹਾਂ। ਉਹਨਾਂ ਕਿਸੇ ਦੂਰ ਦੇਸ਼ ਨਗਰ ਕਿਸੇ ਨੂੰ ਮਿਲਣ ਜਾਣਾ ਸੀ। ਕਹਿੰਦਾ ਚੱਲ ਇਸ ਤਰ੍ਹਾਂ ਦੇਖਦੇ ਹਾਂ ਕਿ ਕਿੰਨਾ ਕੋਈ ਕਰਵਾਉਂਦਾ। ਉਹ ਦੋਨੋਂ ਚੱਲ ਪਏ। ਹੁਣ ਮੌਲਾਨਾ ਰੂਮੀ ਵਿਦਵਾਨ ਹੈ, ਆਮ ਬੰਦਾ ਨਹੀਂ ਹੈ। ਮੌਲਾਨਾ ਰੂਮ ਦੇ ਨਾਲ ਸ਼ਮਸ ਤਬਰੇਜ਼ ਨੇ ਗੱਲ ਸ਼ੁਰੂ ਕਰ ਲਈ। ਰਸਤੇ ਵਿੱਚ ਜੋ ਕੁਝ ਨਜ਼ਰ ਆਉਂਦਾ ਗਿਆ ਉਸ ਸਾਰੇ ਨੂੰ ਪ੍ਰਭੂ ਦੀ ਯਾਦ ਵਿੱਚ ਜਿਹੜਾ ਹੈ ਸ਼ਮਸ ਤਬਰੇਜ਼ ਬਿਆਨ ਕਰਦਾ ਗਿਆ। ਜਿਵੇਂ ਬਾਣੀ ਦੇ ਵਿੱਚ ਬੰਦਗੀ ਦੇਖੋ ਜੋ ਭਗਤ ਸਾਹਿਬਾਨਾਂ ਨੇ ਕੀਤੀ ਹੈ, ਭਾਵ ਕਿ ਜਿਵੇਂ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ, ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਜਾਂ ਭਗਤ ਕਬੀਰ ਸਾਹਿਬ ਜੀ ਆਖ, ਜਬ ਲਗ ਧਾਗਾ ਬਾਹੋ ਬੇਹੀ ਤਬ ਰਦ ਬਿਸਰੈ। ਰਾਮ ਸਨੇਹੀ ਜਿੰਨੇ ਦ੍ਰਿਸ਼ ਉਹਨਾਂ ਦੇ ਨੇੜੇ ਵਾਪਰਦੇ ਗਏ ਉਹਨਾਂ ਸਾਰਿਆਂ ਦਾ ਰੱਬੀ ਅਰਥ ਜਿਹੜਾ ਹੈ, ਅਧਿਆਤਮਕ ਅਰਥ ਜਿਹੜਾ ਸ਼ਮਸ ਤਬਰੇਜ਼ ਬਣਾਉਂਦਾ ਗਿਆ। ਕਈ ਦਿਨਾਂ ਦੀ ਵਾਟ ਸੀ। ਕਈ ਦਿਨਾਂ ਬਾਅਦ ਉੱਥੇ ਜਾ ਕੇ ਪੁੱਜੇ ਅਤੇ ਮੌਲਾਨਾ ਰੂਮ ਕਹਿਣ ਲੱਗਾ, ਮੈਨੂੰ ਮੇਰੇ ਪ੍ਰਸ਼ਨ ਦਾ ਜਵਾਬ ਮਿਲ ਗਿਆ। ਸ਼ਮਸ ਤਬਰੇਜ਼ ਕਹਿਣ ਲੱਗਾ, ਕਿਵੇਂ? ਕਹਿੰਦਾ ਅਸੀਂ 12-15 ਦਿਨ ਦੀ ਵਾਟ ਮੁਕਾ ਕੇ ਇੱਥੇ ਪੁੱਜੇ ਹਾਂ। 12-15 ਦਿਨਾਂ ਦੇ ਵਿੱਚ ਰੱਬੀ ਗੱਲਾਂ ਨੂੰ ਕੱਥਦਿਆਂ ਰਸਤੇ 'ਚ ਚੱਲ ਵੀ ਰਹੇ ਸਾਂ, ਰੋਜ਼ ਚੱਲਣਾ ਵੀ, ਸਾਰਾ ਦਿਨ ਪੈਂਡਾ ਵੀ ਮਾਰਨਾ, ਜ਼ੁਬਾਨ ਤੋਂ ਆਪਣੇ ਮਾਲਕ ਦੀ ਸਿਫਤ ਸਲਾਹ ਵੀ ਕਰਨੀ। ਕਹਿੰਦਾ ਸਰੀਰ ਦੀ ਥਕਾਵਟ ਨੇ ਤੁਹਾਡੀ ਗੱਲ ਸੁਣਾਉਣ ਦੇ ਵਿੱਚ, ਰੱਬੀ ਭੇਦਾਂ ਨੂੰ ਕਥਣ ਦੇ ਵਿੱਚ, ਅਧਿਆਤਮਕ ਰਮਜਾਂ ਦੱਸਣ ਦੇ ਵਿੱਚ ਜਰਾ ਜਿੰਨਾ ਫਰਕ ਨਹੀਂ ਪਾਇਆ। ਇਹਦਾ ਭਾਵ ਇਹ ਹੈ ਕਿ ਜਦੋਂ ਮਨੁੱਖ ਦਾ ਚਿੱਤ ਰੱਬੀ ਯਾਦ ਨਾਲ ਜੁੜ ਜਾਂਦਾ ਹੈ, ਉਹਦੇ ਸਰੀਰ ਦਾ ਜਿਹੜਾ ਜੀਵਨ ਹੈ, ਉਹਦੀ ਆਤਮਾ, ਉਹਦੇ ਮਨ 'ਤੇ, ਉਹਦੀ ਸੁਰਤ ਦੇ ਉੱਪਰ ਜਰਾ ਜਿੰਨਾ ਪ੍ਰਭਾਵ ਨਹੀਂ ਪਾ ਸਕਦਾ। ਮਤਲਬ ਭਗਤੀ ਕਰਕੇ ਜਿਹੜਾ ਚਿੱਤ ਵੱਡਾ ਹੋ ਜਾਂਦਾ ਹੈ ਅਤੇ ਸਰੀਰ ਉਹਦੇ ਸਾਹਮਣੇ ਛੋਟਾ ਰਹਿ ਜਾਂਦਾ ਹੈ। ਇਸ ਕਰਕੇ ਰਾਬੀਆ ਅਲ ਬਸਰੀ ਨੂੰ ਇੱਕ ਦਫਾ ਕਿਸੇ ਨੇ ਪੁੱਛਿਆ, ਰਾਬੀਆ ਭੋਜਨ ਕੀਤੇ ਨੂੰ ਕਿੰਨੇ ਦਿਨ ਹੋ ਗਏ? ਕਹਿੰਦੀ ਯਾਦ ਨਹੀਂ। ਕਹਿਣ ਲੱਗਾ ਯਾਦ ਰੱਖਣਾ ਚਾਹੀਦਾ, ਸਿਹਤ ਖਰਾਬ ਹੋ ਜਾਏਗੀ, ਕਿਤਨੇ ਦਿਨ ਭੋਜਨ ਨਹੀਂ ਕਰਦੀ। ਤਾਂ ਉਹਨੇ ਬੜਾ ਕਮਾਲ ਦਾ ਉੱਤਰ ਦਿੱਤਾ। ਕਹਿੰਦੀ ਜਦੋਂ ਅਸਲ 'ਚ ਭੁੱਖ ਉਦੋਂ ਸਤਾਉਂਦੀ ਹੈ ਜਦੋਂ ਮੈਂ ਕਿਸੇ ਆਪਣੇ ਆਲਸ ਕਰਕੇ ਜਾਦੇ ਇਲਾਹੀ 'ਚੋਂ ਬਾਹਰ ਆਉਂਦੀ ਹਾਂ। ਮਤਲਬ ਜਦੋਂ ਮੈਂ ਸਿਮਰਨ ਦਾ ਆਹਾਰ ਛੱਡਦੀ ਹਾਂ ਉਦੋਂ ਮੈਨੂੰ ਸਰੀਰ ਦਾ ਜੀਵਨ ਸਤਾਉਣ ਲੱਗ ਪੈਂਦਾ ਹੈ। ਪਰ ਕਹਿੰਦੇ ਹੁਣ ਮੇਰਾ ਜਾਦੇ ਇਲਾਹੀ ਦਾ ਰੁਤਬਾ ਐਡਾ ਵੱਡਾ ਹੋ ਗਿਆ ਕਿ ਮੇਰੇ ਸਰੀਰ ਦੀਆਂ ਲੋੜਾਂ ਜਿਹੜੀਆਂ ਹਨ ਉਹ ਮੇਰੇ ਸਾਹਮਣੇ ਤੁੱਛ ਰਹਿ ਗਈਆਂ ਹਨ। ਸਿਮਰਨ ਦਾ ਜੀਵਨ ਐਡਾ ਵੱਡਾ ਹੁੰਦਾ ਹੈ। ਔਰ ਇਸ ਸਿਮਰਨ ਦੇ ਦੂਜੇ ਪੱਖ ਵੀ ਰੱਖਦੇ ਹਾਂ, ਇਕੱਲੇ ਅਧਿਆਤਮਿਕ ਪੱਖ ਨਹੀਂ ਰੱਖਾਂਗਾ। ਦੁਨੀਆ ਦੇ ਵੱਡੇ ਵਿਗਿਆਨਕਾਂ ਦਾ ਜੀਵਨ ਪੜ੍ਹੋ ਜਾਂ ਵੱਡੇ ਜਿਹੜੇ ਸਾਹਿਤਕਾਰ ਹੋਏ ਉਹਨਾਂ ਦਾ ਜੀਵਨੀਆਂ ਪੜ੍ਹੋ। ਉਹ ਕਹਿੰਦੇ ਜਦੋਂ ਆਪਣੇ ਕੰਮ ਨੂੰ ਲੱਗਦੇ ਸਨ 23-24 ਦਿਨ, ਮਤਲਬ ਜਿਵੇਂ ਵੱਡੇ ਵਿਗਿਆਨ 23-24 ਦਿਨ ਇਸ਼ਨਾਨ ਕਰਨ ਦੀ, ਭੋਜਨ ਪਾਣੀ ਕਰਨ ਦੀ ਕੋਈ ਸੁੱਧ ਨਹੀਂ ਸੀ ਰਹਿੰਦੀ, ਬਸੁੱਧ ਹੋ ਕੇ ਆਪਣੇ ਕੰਮ ਨੂੰ ਲੱਗੇ ਰਹਿੰਦੇ ਸਨ। ਹੁਣ ਮਨੁੱਖ ਸੋਚੇਗਾ ਇੰਨੇ ਦਿਨ ਕੰਮ ਕਰਦਾ ਥੱਕੇਗਾ, ਪਰ ਗੱਲ ਕੀ ਹੈ ਕਿ ਉਹਦਾ ਜਿਹੜਾ ਯਤਨ ਹੈ ਉਹਦੇ ਵਿੱਚ ਉਹਨੇ ਆਪਣੇ ਆਪ ਨੂੰ ਇੰਨਾ ਲੀਨ ਕਰ ਲਿਆ ਹੈ ਕਿ ਬਾਡੀ ਦਾ ਜੀਵਨ ਉਹਦੇ ਸਾਹਮਣੇ ਬੜਾ ਛੋਟਾ ਰਹਿ ਗਿਆ। ਅਤੇ ਭਗਤ ਨਾਮਦੇਵ ਜੀ ਕਹਿੰਦੇ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਮੈਂ ਆਪਣੇ ਇੱਕ ਜੀਵਨ ਦੇ ਵਿੱਚ ਹਰਿਮੰਦਰ ਸਾਹਿਬ ਦੇ ਇੱਕ ਬੜੇ ਪ੍ਰਸਿੱਧ ਰਾਗੀ ਨੇ, ਉਹਨਾਂ ਨੇ ਆਪਣੇ ਉਸਤਾਦ ਦੇ ਸੰਬੰਧ ਵਿੱਚ ਮੈਨੂੰ ਗੱਲ ਦੱਸੀ। ਕਹਿੰਦੇ ਸਾਡੇ ਉਸਤਾਦ ਕਿਵੇਂ ਦੇ ਸਨ? ਕਹਿੰਦੇ ਉਹ ਦਰਜੀ ਸਨ। ਇੱਕ ਤਰਫ ਉਹਨਾਂ ਆਪਣੇ ਕੱਪੜੇ ਕੱਟੀ ਜਾਣੇ, ਕੱਪੜਿਆਂ ਨੂੰ ਸਿਉਈ ਜਾਣਾ, ਸਾਰਾ ਕੁਝ ਕਰੀ ਜਾਣਾ, ਨਾਲ ਨਾਲ ਸਾਨੂੰ ਸੰਗੀਤ ਸਿਖਾਈ ਜਾਣਾ। ਅੱਜ ਉਹ ਬਹੁਤ ਪ੍ਰਸਿੱਧ ਰਾਗੀ ਨੇ। ਗੱਲ ਕੀ ਹੈ ਕਿ ਜਦੋਂ ਬੰਦੇ ਦੇ ਅੰਦਰ ਕੰਮਾਂ ਦੀ ਪ੍ਰਵੀਨਤਾ ਚੱਲਦੀ ਹੈ, ਇਸ ਕਰਕੇ ਬਾਬਾ ਬੁੱਲੇ ਸ਼ਾਹ ਦਾ ਵੀ ਜ਼ਿਕਰ ਹੈ, ਹੱਥ ਕਾਰ ਵੱਲ ਚਿੱਤ ਯਾਰ ਵੱਲ। ਤਾਂ ਇਸੇ ਤਰ੍ਹਾਂ ਭਗਤ ਨਾਮਦੇਵ ਜੀ ਆਖਦੇ ਨੇ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਿਉਂਕਿ ਬੜੇ ਸਾਲਾਂ ਦੇ ਹੁਣ ਉਦਾਹਰਨ ਦੇ ਤੌਰ 'ਤੇ ਇਸ ਗੱਲ ਦਾ ਜ਼ਿਕਰ ਦੇਖੋ, ਕਦੇ ਆਪ ਜੀ ਨੇ ਕਿਸੇ ਨੇਤਰਹੀਣ ਬੰਦੇ ਨੂੰ ਕੀਰਤਨ ਕਰਦਿਆਂ ਦੇਖਿਆ ਹੋਵੇ ਤਾਂ ਇਹ ਗੱਲ ਤੋਂ ਹੋਰ ਵਧੀਆ ਸਮਝ ਆ ਸਕਦੀ ਹੈ। ਮੈਂ ਕਿਸੇ ਦਫਾ ਇਹ ਗੱਲ ਜਾਣਨ ਦੀ ਅੰਮ੍ਰਿਤਸਰ ਵਿਖੇ ਨੇਤਰਹੀਣ ਆਸ਼ਰਮ ਜਾ ਕੇ ਕੋਸ਼ਿਸ਼ ਕੀਤੀ ਕਿ ਜੇ ਨੇਤਰਹੀਣ ਜੋ ਹੁੰਦੇ ਹਨ, ਸਿੱਖ ਪੰਥ ਵਿੱਚ ਇਹਨਾਂ ਨੂੰ ਸੂਰਮਾ ਸਿੰਘ ਆਖਿਆ ਜਾਂਦਾ। ਸੂਰਮਾ ਸਿੰਘ ਆਖਿਆ ਜਾਂਦਾ, ਨੇਤਰਹੀਣ ਨਹੀਂ ਕਿਹਾ ਜਾਂਦਾ, ਜਾਂਦੇ ਨਹੀਂ ਕਿਹਾ ਜਾਂਦਾ। ਕਿ ਜਿਹੜੇ ਸੂਰਮੇ ਸਿੰਘ ਹਨ ਇਹ ਕੀਰਤਨ ਕਿਵੇਂ ਸਿੱਖਦੇ ਹਨ? ਤਾਂ ਫਿਰ ਦੇਖਿਆ ਕਿ ਉਹਨਾਂ ਕੋਲ ਨੇਤਰ ਤਾਂ ਹੈ ਨਹੀਂ, ਰੌਸ਼ਨੀ ਨਹੀਂ ਹੈ, ਦੇਖ ਨਹੀਂ ਸਕਦੇ।
ਫਿਰ ਉਹ ਕੀ ਹੈ, ਮੈਂ ਦੇਖਿਆ ਕਿ ਜਿੱਥੇ ਮਾਲਕ ਉਹਨਾਂ ਦੀ ਅੱਖ ਦੀ ਰੌਸ਼ਨੀ ਨੂੰ ਬੰਦ ਕਰ ਦਿੰਦਾ ਹੈ, ਉਹਨਾਂ ਦੀ ਬੁੱਧੀ ਨੂੰ ਉਹਨਾਂ ਦੇ ਕੰਨ ਵਿੱਚ ਲੈ ਆਉਂਦਾ ਹੈ। ਉਹ ਫਿਰ ਇੰਨੀ ਜ਼ਿਆਦਾ ਉਹਨਾਂ ਦੀ ਸਿਮਰਤੀ ਤਿੱਖੀ ਹੋ ਜਾਂਦੀ ਹੈ ਕਿ ਇੱਕ ਦਫਾ ਉਹ ਇਕਾਗਰ ਹੋ ਕੇ ਕਿਸੇ ਸ਼ਬਦ ਦਾ ਉਚਾਰਨ ਸਿੱਖ ਲੈਂਦੇ ਨੇ ਤਾਂ ਮੁੜ ਕੇ ਉਹਨਾਂ ਨੂੰ ਭੁੱਲਦਾ ਨਹੀਂ, ਅਤੇ ਫਿਰ ਹੌਲੀ ਹੌਲੀ ਉਹ ਉਹਨਾਂ ਦੀ ਸਾਰੀ ਜ਼ਿੰਦਗੀ ਸਾਊਂਡ 'ਤੇ ਆ ਜਾਂਦੀ ਹੈ। ਸਾਊਂਡ 'ਤੇ ਇੱਕ ਵਾਰੀ ਉਹਨਾਂ ਸਾਧਨਾ ਕੀਤੀ, ਫਿਰ ਸਾਰੀ ਜ਼ਿੰਦਗੀ ਉਹਨਾਂ ਦੇ ਜੀਵਨ 'ਚ ਚੱਲਦੀ ਹੈ। ਤਾਂ ਭਗਤ ਨਾਮਦੇਵ ਜੀ ਆਖਦੇ ਹਨ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਅਤੇ ਸਦਾ ਹੱਥਾਂ ਨੂੰ ਆਪਣੇ ਜੀਵਨ ਦੇ ਬਾਹਰੀ ਹਿੱਸਿਆਂ ਵਿੱਚ ਲਿਪਤ ਰੱਖ ਕੇ ਚੀਤ ਨਿਰੰਜਨ ਨਾਲ, ਕਿ ਬੌਡੀ ਸੰਸਾਰ ਦੇ ਕੰਮਾਂ ਲਈ ਹੈ ਪਰ ਚਿੱਤ ਜਿਹੜਾ ਹੈ ਨਿਰੰਕਾਰ ਦੇ ਕੰਮਾਂ ਲਈ ਹੈ। ਇਸ ਕਰਕੇ ਚਿੱਤ ਨੂੰ ਉਹਦੇ ਤਰਫ ਰੱਖੋ, ਜਿਹੜਾ ਬੌਡੀ ਨੂੰ ਸੰਸਾਰ ਦੀ ਤਰਫ ਰੱਖੋ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕ ਬਾਬਤ ਬਖਸ਼ਿਸ਼ ਕਰਦੇ ਹਨ, ਕਬੀਰਾ ਹਮਰਾ ਕੋ ਨਹੀਂ ਹਮ ਕਿਸਹੂ ਕੇ ਨਾਹੇ। ਤਾਂ ਆਖਦੇ ਹਨ ਹਮਰਾ ਕੋ ਨਹੀਂ, ਭਾਵ ਕਿ ਜਦੋਂ ਜੀਵਨ ਦੀ ਵਿਚਾਰ ਕਰਾਂਗੇ, ਹੁਣ ਜੇ ਸਰੀਰ ਦੀ ਐਨਰਜੀ ਨੂੰ ਸਾਰਾ ਸੰਸਾਰ ਦੇ ਲਈ ਹੀ ਭੁਗਤਾ ਦੇਵਾਂਗੇ ਤਾਂ ਭਗਤ ਕਬੀਰ ਸਾਹਿਬ ਜੀ, ਗੁਰੂ ਅਰਜਨ ਦੇਵ ਸਾਹਿਬ ਜੀ ਭਗਤ ਕਬੀਰ ਸਾਹਿਬ ਜੀ ਦੇ ਰੂਪ ਵਿੱਚ ਫਰਮਾਉਂਦੇ ਹਨ, ਗੱਲ ਯਾਦ ਰੱਖਣ ਯੋਗ ਹੈ ਹਮਰਾ ਕੋ ਨਹੀਂ। ਹੁਣ ਉਦਾਹਰਨ ਦੇ ਤੌਰ 'ਤੇ ਦੇਖੀਦਾ ਕਿ ਉਂਝ ਮਨੁੱਖ ਨੂੰ ਨਾ ਝੱਟ ਗੁਲਾਮੀ ਦਾ ਅਹਿਸਾਸ ਹੋ ਜਾਂਦਾ, ਜੀ ਮੈਨੂੰ ਤੇ ਕੋਈ ਦਬਕਾ ਲਗਾ ਰਿਹਾ, ਕੋਈ ਪ੍ਰਤੀਬੰਧ ਲਗਾ ਰਿਹਾ, ਪਰ ਆਪਣੇ ਸਾਰੇ ਜੀਵਨ ਦੀ ਬੌਡੀ ਦੀ ਐਨਰਜੀ ਨੂੰ ਕੇਵਲ ਪਰਿਵਾਰ ਦੇ ਧੰਦੇ ਤੱਕ ਸੀਮਤ ਰੱਖਿਆ ਹੋਇਆ, ਫਿਰ ਇੱਕ ਗਧੇ ਦੇ ਵਿੱਚ ਅਤੇ ਇੱਕ ਮਨੁੱਖ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਉਦਾਹਰਨ ਦੇ ਤੌਰ 'ਤੇ ਵਿਚਿੱਤਰ ਦੀਆਂ ਘਟਨਾਵਾਂ। ਵੈਸੇ ਇੱਕ ਗੱਲ ਬੜੀ ਕਮਾਲ ਦੀ ਹੈ, ਜੀਵਨ ਦੇ ਜਿੰਨੇ ਨਵੇਂ ਅਨੁਭਵ ਇੱਥੇ ਆ ਕੇ ਸਿੱਖੇ ਸ਼ਾਇਦ ਕਦੇ ਨਾ ਸਿੱਖ ਸਕਦੇ। ਸਾਰੀ ਦੀ ਸਾਰੀ ਜ਼ਿੰਦਗੀ, ਹੁਣ ਉਦਾਹਰਨ ਦੇ ਤੌਰ 'ਤੇ ਅੱਖਾਂ ਤੋਂ ਨਹੀਂ ਦਿਖ ਰਿਹਾ, ਲੱਤਾਂ ਤੋਂ ਨਹੀਂ ਚੱਲਿਆ ਜਾ ਰਿਹਾ, ਹੱਥ ਕੋਈ ਕੰਮ ਨਹੀਂ ਕਰ ਸਕਦੇ, ਕੇਵਲ ਸੋਚਣ ਦੀ ਥੋੜ੍ਹੀ ਸ਼ਕਤੀ ਬਚੀ ਹੈ। ਵਿਹਲਾ ਬੈਠਾ ਪਰਿਵਾਰ ਬਾਰੇ ਇਹੀ ਸੋਚੀ ਜਾ ਰਿਹਾ ਕਿ ਪੁੱਤਰ ਕੀ ਕਰਨਗੇ, ਜਾਇਦਾਦ ਘਟਾ ਨਾ ਦੇਣ, ਆਹ ਨਾ ਕਰ ਦੇਣ, ਉਹ ਨਾ ਕਰ ਦੇਣ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਅਸੀਂ ਇਸ ਗੱਲ ਤੋਂ ਜਾਣ ਲਿਆ ਹਮਰਾ ਕੋ ਨਹੀਂ, ਕਿ ਜੇ ਅਸੀਂ ਆਪਣੀ ਬਾਡੀ ਦੀ ਐਨਰਜੀ ਨੂੰ, ਆਪਣੇ ਚਿੱਤ ਦੀ ਐਨਰਜੀ ਨੂੰ ਸਾਰਾ ਸੰਸਾਰ ਦੇ ਧੰਦੇ ਲਈ ਭੁਗਤਾ ਦੇਵਾਂਗੇ, ਹਮਰਾ ਕੋ ਨਹੀਂ। ਉਦਾਹਰਨ ਦੇ ਤੌਰ 'ਤੇ ਅੱਜ ਇਹ ਗੱਲ ਦਾ ਕਈ ਵਾਰੀ ਵੱਡੀ ਉਮਰ ਵਾਲਿਆਂ 'ਚ ਨਿਰਾਸ਼ਤਾ ਪੈਦਾ ਹੁੰਦੀ, ਮੈਂ ਸਾਰੀ ਜ਼ਿੰਦਗੀ ਲਾ ਕੇ ਘਰ ਖੜਾ ਕੀਤਾ, ਪਰਿਵਾਰ ਮੈਨੂੰ ਪੁੱਛਦਾ ਨਹੀਂ। ਤਾਂ ਇਹ ਕਿਸੇ ਨੇ ਐਗਰੀਮੈਂਟ ਕੀਤਾ ਸੀ ਕਿ ਸਾਰੀ ਬਾਡੀ ਜਿਹੜੀ ਹੈ ਆਪਣੇ ਜੀਵਨ ਦੀ ਐਨਰਜੀ ਉਹਨੂੰ ਇਹਦੀ ਤਰਫ ਲਗਾ, ਇਹ ਤਾਂ ਕਿਸੇ ਨੇ ਨਹੀਂ ਸਿੱਖਿਆ, ਇਹ ਤਾਂ ਆਪਣੀ ਚੋਣ ਸੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕਿ ਨਿਰਣਾ ਕਰ ਲਿਆ ਹੈ ਚੀਤ ਨਿਰੰਜਨ ਨਾਲ ਦੇ ਹਿਸਾਬ ਨਾਲ ਕਿ ਹਮਰਾ ਕੋ ਨਹੀਂ। ਅਤੇ ਬਾਡੀ ਦੇ ਸਾਥੀ ਹਨ, ਅਤੇ ਇਹ ਬਾਡੀ ਦੇ ਕੰਮਾਂ ਨੂੰ ਪ੍ਰਮੁੱਖ ਜਾਣਦੇ ਨੇ, ਅਤੇ ਬਾਡੀ ਨਾਸ਼ਵਾਨ ਹੈ, ਅਤੇ ਇਹ ਬਾਡੀ 'ਤੇ ਜੁੜੇ ਹਨ, ਇਸ ਕਰਕੇ ਸਾਡੇ ਪੱਕੇ ਸਾਥੀ ਨਹੀਂ। ਔਰ ਦੂਜੀ ਗੱਲ ਕਹਿੰਦੇ, ਹਮ ਕਿਸ ਹੋ ਕੇ ਨਾ, ਅਤੇ ਨਾ ਹੀ ਅਸੀਂ ਕਿਸੇ ਦੇ ਕੰਮ ਹਾਂ, ਭਾਵ ਕਿ ਸਾਡਾ ਅਧਿਆਤਮਿਕ ਕਿਸਮ ਦਾ ਜੀਵਨ ਹੈ, ਅਤੇ ਅਧਿਆਤਮਿਕ ਜੀਵਨ ਨੂੰ ਨਾ ਪਰਿਵਾਰ ਪ੍ਰਮੁੱਖਤਾ ਦਿੰਦਾ ਹੈ, ਨਾ ਸੰਸਾਰ ਵੱਡਾ ਗਿਣਦਾ। ਉਹ ਤਾਂ ਕਹਿੰਦੇ ਸਾਡੇ ਲਈ ਕੰਮ ਕਰ, ਜਿਵੇਂ ਗੁਰੂ ਨਾਨਕ ਸਾਹਿਬ ਦੇ ਮਾਤਾ ਪਿਤਾ ਕਹਿੰਦੇ ਸਨ, ਕਿੰਨੇ ਧੰਦਿਆਂ 'ਚ ਲਾਇਆ, ਮੱਝੀਆਂ ਚਰਾਉਣ ਭੇਜਿਆ, ਸੱਚਾ ਸੌਦਾ ਕਰਨ ਭੇਜਿਆ, ਕਈ ਕੰਮ ਕੀਤੇ, ਪਰ ਉਹਨਾਂ ਦਾ ਚਿੱਤ ਲੱਗਿਆ ਹੋਇਆ। ਦੇਖੋ ਗੁਰੂ ਨਾਨਕ ਸਾਹਿਬ ਦੇ ਜੀਵਨ 'ਚੋਂ ਵੀ ਗੱਲ ਸਮਝ ਆ ਸਕਦੀ। ਮੱਝੀਆਂ ਚਰਾਉਣ ਗਏ, ਛੱਡ ਦਿੱਤੀਆਂ ਉਹ ਰੱਬੀ ਆਸਰੇ ਭਰੋਸੇ, ਆਪ ਸਿਮਰਨ ਦੀ ਤਰਫ ਜੁੜ ਗਏ। ਸੱਚਾ ਸੌਦਾ ਕਰਨ ਗਏ, ਪਿਤਾ ਨੇ ਭੇਜਿਆ ਕਿ 20 ਦਾ ਖਰੀਦ ਕੇ 40 ਦਾ ਵੇਚਿਓ, ਅਤੇ 20 ਦਾ ਲਾਭ ਸੇਵਾ ਦੇ ਹਿੱਤ ਲਗਾ ਦਿੱਤਾ, ਕਿਉਂਕਿ ਚੀਤ ਨਿਰੰਜਨ ਨਾਲ ਜੁੜਿਆ। ਮੁੱਦੀ ਖਾਨੇ ਕਾਰ ਕਰਨੇ ਤੋਲਣ ਦੀ ਭੁੱਲ ਹੀ ਗਿਆ ਕਿ ਐਡੀ ਵੱਡੀ ਜ਼ਿੰਮੇਵਾਰੀ ਹੈ, ਬਾਅਦ ਸ਼ਿਕਾਇਤ ਹੋ ਜਾਏਗੀ ਜਾਂ ਘਾਟਾ ਪੈ ਜਾਏਗਾ, ਇਸ ਗੱਲ ਦੀ ਚਿੰਤਾ ਨਹੀਂ, ਸਭ ਨੂੰ ਸਾਂਝਾ ਤੋਲ ਰਹੇ ਹਨ। ਤਾਂ ਇਸੇ ਤਰ੍ਹਾਂ ਭਗਤ ਕਬੀਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਹਮਰਾ ਕੋ ਨਹੀਂ, ਭਾਵ ਕਿ ਜਿਹੜਾ ਜੀਵਨ ਦਾ ਅਰਥ ਸਾਨੂੰ ਸਮਝ ਆ ਗਿਆ, ਇਹ ਪਰਿਵਾਰ, ਇਹ ਸਮਾਜ, ਇਹ ਦੁਨਿਆਵੀ ਜਗਤ ਦੇ ਧੰਦੇ ਸਾਡੇ ਕਿਸੇ ਕੰਮ ਨਹੀਂ। ਔਰ ਦੂਜੀ ਗੱਲ, ਹਮ ਕਿਸ ਹੋ ਕੇ ਨਾ ਹੈ, ਅਤੇ ਨਾ ਹੋਣ ਹੀ ਅਸੀਂ ਇਹਨਾਂ ਦੇ ਕੰਮ ਦੇ ਹਾਂ, ਕਿਉਂਕਿ ਸਾਡਾ ਕਿਸੇ ਜੀਵਨ ਹੋਰ ਤਰ੍ਹਾਂ ਦਾ ਸਮਝ ਆ ਗਿਆ। ਜੇ ਉਸ ਜੀਵਨ ਬਾਰੇ ਇਹਨਾਂ ਨੂੰ ਦੱਸਾਂਗੇ ਤਾਂ ਇਹਨਾਂ ਨੇ ਉਹਦੀ ਕਦਰ ਨਹੀਂ ਕਰਨੀ, ਇਹਦੇ ਵਿੱਚ ਤਣਾਅ ਵਾਪਰੇਗਾ। ਇਸ ਕਰਕੇ ਕਹਿੰਦੇ, ਜਿਨ ਇਹ ਰਚਨ ਰਚਾਇਆ ਤਿਸ ਹੀ ਮਾਹੇ ਸਮਾਏ। ਇਸ ਕਰਕੇ ਜਿਨਨੇ ਇਹਨੂੰ ਰਚਿਆ ਹੈ, ਉਹਦੀ ਯਾਦ ਦੇ ਵਿੱਚ ਆਪਣੇ ਆਪ ਨੂੰ ਫਨਾਹ ਕਰਕੇ ਉਹਦੇ ਵਿੱਚ ਹੀ ਸਮਾ ਜਾਈਏ। ਨਾ ਅਸੀਂ ਨਿਰੰਕਾਰੀ ਬਣ ਕੇ ਸੰਸਾਰ ਵਿੱਚ ਫਸ ਸਕੀਏ, ਅਤੇ ਨਾ ਸੰਸਾਰ ਇੰਨਾ ਜ਼ੋਰ ਬਣਵਾ ਸਕੇ ਕਿ ਸਾਡੇ ਨਿਰੰਕਾਰੀ ਸਰੂਪ ਦੇ ਵਿੱਚ ਕੋਈ ਆਪਣਾ ਦਖਲ ਪਾ ਸਕੇ, ਭਾਵ ਸਾਡਾ ਜੀਵਨ ਇਸੇ ਤਰ੍ਹਾਂ ਅਲੇਪ ਰਹੇ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ 3 ਸ਼ਲੋਕਾਂ ਦੁਆਰਾ ਸਾਨੂੰ ਬਖਸ਼ਿਸ਼ ਕਰਕੇ ਨਵਾਜਦੇ ਹਨ। ਸ਼ਲੋਕਾਂ ਦੇ ਵਿੱਚ ਜ਼ਿਕਰ ਹੈ,
ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਭਾਵ ਕਿ ਜਿਹੜੇ ਸਿਮਰਨ ਦੀ ਸਿਖਰਤਾ ਵਿੱਚ ਪਹੁੰਚ ਜਾਂਦੇ ਹਨ ਉਹ ਬੰਦੇ ਫਿਰ ਦੁਨਿਆਵੀ ਕੰਮਾਂ ਨੂੰ ਬੜੀ ਖੂਬਸੂਰਤੀ ਨਾਲ ਨਿਭਾਉਂਦੇ ਹਨ। ਸਾਡੇ ਇੱਕ ਨਿਕਟਵਰਤੀ ਉਹ ਬੜੇ ਅਭਿਆਸੀ ਜਨ ਹਨ, ਤਾਂ ਉਹ ਕਈ ਵਾਰੀ ਕੰਮ ਦੀ ਲਾਸਟ ਤੱਕ ਉਹ ਬੜੀ ਬਾਰੀਕੀ ਨਾਲ ਲੱਗੇ ਰਹਿਣਾ, ਅਤੇ ਕਈ ਦਫਾ ਪੁੱਛਣਾ ਜੀ ਤੁਸੀਂ ਇਹ ਜਿਹੜਾ ਸਭ ਤੋਂ ਬਾਰੀਕੀ 'ਤੇ ਆ ਕੇ ਕੰਮ ਜਿਹੜਾ ਇੰਨਾ ਨੀਰਸ ਹੋ ਜਾਂਦਾ ਉਹਨੂੰ ਵੀ ਬੜੀ ਸਜਗਤਾ ਦੇ ਨਾਲ, ਬੜੀ ਪ੍ਰਸੰਨਤਾ ਦੇ ਨਾਲ ਕਰਦੇ ਹੋ। ਤਾਂ ਉਹ ਆਖਦੇ ਹਨ ਕਿ ਜਿਹੜਾ ਬੰਦਾ ਸਿਮਰਨ ਦੇ ਵਿੱਚ ਰਿਚ ਹੋ ਜਾਂਦਾ ਹੈ ਫਿਰ ਉਹ ਜੀਵਨ ਦੇ ਹਰੇਕ ਕਾਰਜ ਦਾ ਆਨੰਦ ਲੈਂਦਾ ਹੈ, ਕਿਉਂਕਿ ਉਹਦੀ ਬਾਡੀ ਵੱਡੀ ਛੋਟੀ ਹੋ ਚੁੱਕੀ ਹੁੰਦੀ, ਚਿੱਤ ਵੱਡਾ ਹੋ ਚੁੱਕਾ ਹੁੰਦਾ ਹੈ। ਇਸ ਕਰਕੇ ਉਹ ਦੋਵਾਂ ਵੱਡਿਆਂ ਪੈਮਾਨਿਆਂ 'ਤੇ ਜਿਉਂਦਾ ਹੈ। ਭਗਤ ਕਬੀਰ ਸਾਹਿਬ ਦੀ ਕਿਰਪਾ ਕਾਰਨ ਅਸੀਂ ਆਪਣੇ ਸਿਮਰਨ ਅਭਿਆਸ ਨੂੰ, ਆਪਣੇ ਜੀਵਨ ਦੇ ਵਿੱਚ ਰੱਬੀ ਯਾਦ ਨੂੰ ਇੰਨਾ ਵੱਡਾ ਕਰ ਲਈਏ ਕਿ ਜਿਹੜੇ ਸਰੀਰ ਦੀਆਂ ਸਾਡੀਆਂ ਜੀਵਨ ਹੈ ਉਹ ਛੋਟਾ ਰਹਿ ਕੇ ਸਾਡਾ ਅਧਿਆਤਮਿਕ ਜੀਵਨ ਵੱਡਾ ਬਣ ਜਾਏ। ਕਿਰਪਾ ਕਰਨ ਸ਼ਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਜੀ ਦੇ ਸਨਮੁਖ ਸ਼ਬਦ ਵਿਚਾਰ ਦੀ ਸ਼ਲੋਕਾਂ ਦੀ ਲੜੀਵਾਰ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।